ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਲੋ ਵੜੈਚ। ਮਸਲਾ ਗੰਭੀਰ ਹੈ। ਕੱਲ੍ਹ ਦੇ ਪਰਸੋਂ ਦੀ ਅਸਲ 'ਚ ਚਿੰਤਾ 'ਚ ਹਾਂ ਅਤੇ ਕੱਲ੍ਹ ਅਸੀਂ ਸਾਰਾ ਦਿਨ ਟਿਕਰੀ ਵਾਲੀ ਸਾਈਡ ਲੋਕਾਂ 'ਚ ਜੋਸ਼ ਵੀ ਭਰਿਆ ਕਿ ਨਹੀਂ ਆਪਾਂ ਜੰਗ ਜਿੱਤ ਕੇ ਜਾਣਾ ਹੈ, ਜੰਗ ਜਿੱਤਾਂਗੇ। ਪਰ ਹੁਣ ਮੈਂ 26 ਵਾਲੇ ਮਸਲੇ 'ਤੇ ਉਹ ਕਿੱਥੋਂ ਗੱਲ ਸ਼ੁਰੂ ਹੋਈ ਅਤੇ ਕਿੱਦਾਂ ਹੋਈ, ਕਿਵੇਂ ਹੋਈ, ਉਹਦੇ ਲਈ ਗੱਲਾਂ ਕਰਨੀਆਂ ਨੇ। ਮੈਂ ਕਮੈਂਟ ਨਹੀਂ ਪੜ੍ਹੂੰਗਾ, ਨਾ ਉੱਧਰ ਧਿਆਨ ਜਾਊਗਾ, ਮੈਂ ਕਮੈਂਟ ਹਟਾ ਦਿੱਤੇ ਆ। ਸਿਰਫ ਗੱਲ ਕਰਨੀ ਹੈ। ਸਾਰੀ ਗੱਲ ਸੁਣ ਕੇ ਸਮਝ ਕੇ ਐਂਡ 'ਤੇ ਲਾਈਵ ਦੇਖ ਲਿਓ, ਫਿਰ ਆਪ ਐਨਾਲਿਸਿਸ ਕਰ ਲਿਓ, ਆਪ ਸਾਰੀ ਗੱਲ ਸੋਚ ਸਮਝ ਲਿਓ ਕਿਵੇਂ ਹੋਇਆ। ਕੁਝ ਜਿਹੜੇ ਸਵਾਲ ਨੇ, ਸਵਾਲਾਂ ਦੀ ਗੱਲ ਕਰਦੇ ਹਾਂ। ਆਪਾਂ ਇੱਥੇ ਦਿੱਲੀ ਬੈਠੇ ਕਿਉਂ ਆ? ਆਪਾਂ ਦਿੱਲੀ ਬੈਠੇ ਕਿਉਂ ਆ? ਆਪਾਂ 3 ਕਿਸਾਨੀ ਬਿੱਲ ਜਿਹੜੇ ਆਏ ਆ, ਕਾਲੇ ਕਾਨੂੰਨ ਆਏ, ਉਹ ਰੱਦ ਕਰਾਉਣ ਲਈ ਬੈਠੇ ਹਾਂ ਅਤੇ 1 ਕਾਨੂੰਨ ਲਾਗੂ ਕਰਾਉਣ ਲਈ ਬੈਠੇ ਹਾਂ। MSP ਅਤੇ ਸਰਕਾਰੀ ਖਰੀਦ ਦੀ ਪੱਕੀ ਗਰੰਟੀ, ਇਹ ਲਾਗੂ ਕਰਾਉਣਾ। 3 ਕਾਨੂੰਨ ਰੱਦ ਕਰਾਉਣੇ ਆ, ਆਪਾਂ ਉਹਦੇ ਲਈ ਬੈਠੇ ਹਾਂ। ਔਰ ਉਹਦੇ ਵਿੱਚ ਲੀਡ ਪੰਜਾਬ ਨੇ ਕੀਤੀ ਅਤੇ ਮਸਲਾ ਸਾਰੇ ਭਾਰਤ ਦਾ ਸੀ। ਉਹਦੇ ਨਾਲ ਫਿਰ ਹਰਿਆਣਾ ਜੁੜਿਆ, ਹਰਿਆਣੇ ਦੇ ਨਾਲ UP ਜੁੜਿਆ, ਉੱਤਰਾਖੰਡ ਜੁੜਿਆ, ਰਾਜਸਥਾਨ ਜੁੜਿਆ, ਮਹਾਰਾਸ਼ਟਰ, ਕਰਨਾਟਕਾ, ਸਾਰੀਆਂ ਸਟੇਟਾਂ ਜੁੜੀਆਂ। ਅਤੇ ਪਿਛਲੇ 60 ਦਿਨਾਂ ਤੋਂ ਆਪਾਂ ਉਹਦੇ ਵਿੱਚ ਬਹੁਤ ਸ਼ਾਂਤੀ ਦੇ ਨਾਲ, ਬਹੁਤ ਮਤਲਬ ਪਿਆਰ ਨਾਲ, ਪੱਤਾ ਤੱਕ ਨਹੀਂ ਕੋਈ ਹਿੱਲਿਆ ਅਤੇ ਆਪਾਂ ਬੈਠੇ ਅਤੇ ਆਪਣਾ ਮੋਰਚਾ ਸਫਲ ਜਾ ਰਿਹਾ ਸੀ ਤਾਂ ਆਪਾਂ ਬੈਠੇ ਸੀ। ਉਹਦੇ ਵਿੱਚ ਬਹੁਤ ਸਾਰੀ ਸ਼ਮੂਲੀਅਤ ਦੂਜੀਆਂ ਸਟੇਟਾਂ ਦੀ ਵੱਧ ਰਹੀ ਸੀ ਅਤੇ ਕੁਝ ਦਿਨ ਪਹਿਲਾਂ ਵੀ ਐਕਸ਼ਨ ਨਾਲ ਹੋਰ ਕਰਦੇ ਜਿਵੇਂ ਪਿੱਛੋਂ ਛੋਟੇ ਐਕਸ਼ਨ ਆ ਰਹੇ ਸੀ, ਤਾਂ ਇੱਕ ਵੱਡਾ ਐਕਸ਼ਨ ਰੱਖਿਆ ਸੀ ਕਿ 26 ਜਨਵਰੀ ਨੂੰ ਅਗਰ ਸਰਕਾਰ ਨਹੀਂ ਮੰਨੂਗੀ ਤਾਂ 26 ਜਨਵਰੀ ਦੀ ਪਰੇਡ ਦੇ ਨਾਲ ਕਿਸਾਨੀ ਪਰੇਡ ਹੋਊਗੀ। ਇਹ ਸੀ ਗੱਲ। ਉਹਦੇ ਵਿੱਚ ਜਿੱਦਾਂ ਕਿਸਾਨਾਂ ਨੇ ਕਿਹਾ ਕਿ ਰਿੰਗ ਰੋਡ 'ਤੇ ਪਰੇਡ ਕਰਾਂਗੇ, ਪਰ ਰਿੰਗ ਰੋਡ ਦੀ ਪਰੇਡ ਕਿਉਂ ਬਦਲੀ ਗਈ, ਰੂਟ 3 ਕਿਉਂ ਬਦਲੇ ਗਏ, ਹੁਣ ਇਹ ਗੱਲਾਂ ਕਰਾਂਗੇ। ਇਹਦਾ ਕੀ ਕਾਰਨ ਸੀ ਔਰ ਉੱਥੇ ਇੱਕ ਪਾਰਟੀ ਜਿਹੜੀ ਪਹਿਲੇ ਦਿਨ ਤੋਂ ਇਕੱਲੀ ਚੱਲ ਰਹੀ ਹੈ ਉਹਨੇ ਕਿਉਂ ਪਾਇਆ, ਤਾਂ ਕੀ ਰੋਲ ਸੀ ਦੀਪ ਸਿੱਧੂ ਦਾ, ਕਿਉਂ ਹੋਇਆ ਇਹਦੀ ਗੱਲ ਤੁਸੀਂ ਸਮਝੋ। ਇੱਕ ਚੀਜ਼ ਨਾਲ ਇਹ ਸਮਝੀ ਜਾਓ ਕਿ ਗੋਦੀ ਮੀਡੀਆ ਪਹਿਲੇ ਦਿਨ ਕੀ ਪ੍ਰਚਾਰ ਰਿਹਾ ਸੀ ਵੀ ਇਹ ਤਾਂ ਖਾਲਿਸਤਾਨੀ ਆ ਗਏ, ਤਾਂ ਪੰਜਾਬ ਦਾ ਇਕੱਲੇ ਦਾ ਮਸਲਾ ਹੈ। ਫਿਰ ਇਹਨਾਂ ਨੇ ਮਾਓਵਾਦੀ, ਨਕਸਲੀ, ਫਿਰ ਇਹਨਾਂ ਨੇ ਖਾਲਿਸਤਾਨ 'ਤੇ ਬਹੁਤ ਜ਼ੋਰ ਦਿੱਤਾ ਕਿ 2 ਹਫ਼ਤੇ GTV ਵਰਗੇ ਚਲਾਈ ਗਏ। ਪਰ ਲੋਕਾਂ ਦਾ ਵਿਸ਼ਵਾਸ ਸੀ ਕਿ ਕਿਸਾਨ ਨੇ ਅਤੇ ਲੋਕ ਸਾਡੇ ਨਾਲ ਜੁੜੇ। ਦਿੱਲੀ ਵਾਲੇ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ। ਹੁਣ ਮੈਂ ਇੱਥੇ ਲਾਸਟ ਵਾਲੀ ਗੱਲ 'ਤੇ ਆਉਣਾ, ਉਹ ਰੂਟ ਕਿਉਂ ਬਦਲਿਆ? ਜਦੋਂ ਪਰੇਡ ਦੀ ਗੱਲ ਆਈ ਕਿ ਰਿੰਗ ਰੋਡ 'ਤੇ ਜਿਵੇਂ ਏਜੰਸੀਆਂ ਕੰਮ ਕਰਦੀਆਂ, ਏਜੰਸੀਆਂ 'ਚ ਬੰਦੇ ਕੰਮ ਕਰਦੇ ਆ, ਉਹਦੇ 'ਚ ਏਜੰਸੀਆਂ ਦੇ 'ਚ ਕੋਈ ਚੰਗੇ ਬੰਦੇ ਵੀ ਹੁੰਦੇ ਆ, ਉਹ ਜਿਹੜੇ ਇਮਾਨਦਾਰ ਹੁੰਦੇ ਆ, ਜਿਹੜੇ ਚਾਹੁੰਦੇ ਆ ਵੀ ਇਹ ਕਿਸਾਨ ਦੀਆਂ ਜਿਹੜੇ ਬਿੱਲ ਰੱਦ ਹੋਣ, ਕਿ ਸਰਕਾਰ ਕੀ ਚਾਲ ਚੱਲੂਗੀ। 100% ਉਹ ਕਿਸਾਨਾਂ ਨੂੰ ਵੀ ਰਿਪੋਰਟਾਂ ਮਿਲ ਜਾਂਦੀਆਂ, ਕਿਉਂਕਿ ਏਡਾ ਵੱਡਾ ਮੋਰਚਾ ਕਿ ਸੀਗਾ ਕਿ ਅਗਰ ਰਿੰਗ ਰੋਡ 'ਤੇ ਜਾਵਾਂਗੇ ਤਾਂ ਸਰਕਾਰ ਵਾਇਲੈਂਸ ਕਰਾਊਗੀ ਜਾਂ ਕਿਤੇ ਲਾਲ ਕਿਲ੍ਹੇ ਵੱਲ ਨੂੰ ਧੱਕ ਸਕਦੀ ਹੈ, ਉੱਥੇ ਕੋਈ ਇਹ ਦੰਗੇ ਕਰਾ ਸਕਦੀ ਹੈ। ਉਸ ਕਰਕੇ ਕਿ ਆਪਾਂ ਪਹਿਲੀ ਗੱਲ ਮਾਰਚ ਕਰਨਾ ਕਿਉਂ ਸੀ? ਆਪਣਾ ਮਾਰਚ ਕਰਨ ਦਾ ਮਤਲਬ ਸੀ ਕਿ ਲੱਖਾਂ ਦੀ ਗਿਣਤੀ 'ਚ ਕਿਸਾਨ ਆਊਗਾ, ਸਰਕਾਰ 'ਤੇ ਦਬਾਅ ਬਣੂਗਾ ਕਿ ਇਹ ਕੋਈ ਇਕੱਲਾ ਪੰਜਾਬ ਨਹੀਂ ਬੈਠਾ, ਕਿ ਕਰੋੜਾਂ ਕਿਸਾਨ ਹੈ। ਉਹਦੇ ਨਾਲ ਜਿਹੜੀ ਆਪਣੀ ਇਹ ਨਿਊਜ਼ ਹੈ ਇੰਟਰਨੈਸ਼ਨਲ ਲੈਵਲ 'ਤੇ ਨਿਊਜ਼ ਬਣੂਗੀ। ਜਿਵੇਂ ਬਾਹਰਲੀਆਂ ਕੰਟਰੀਆਂ ਸਾਨੂੰ ਸਪੋਰਟ ਕਰਦੀਆਂ ਸੀ ਅਤੇ ਉਹ ਹੋਰ ਵੱਡੀ ਸਪੋਰਟ ਕਰਨਗੇ। UN ਤੱਕ ਮਸਲਾ ਕਿਸਾਨਾਂ ਦਾ ਜਾਊਗਾ। ਸਰਕਾਰ ਨੂੰ ਦਬਾਅ ਦੇ ਅੰਡਰ ਬਿੱਲ ਰੱਦ ਕਰਨੇ ਪੈਣਗੇ। ਜਨ ਸ਼ਕਤੀ ਵਿਖਾਉਣੀ ਸੀ, ਆਪਾਂ ਜਨ ਸ਼ਕਤੀ ਵਿਖਾਉਣੀ ਸੀ। ਉਹ ਜਿਹੜੇ ਮਰਜ਼ੀ ਰੋਡ 'ਤੇ ਵਿਖਾ ਦਿੰਦੇ, ਉਹ ਕੋਈ ਰਿੰਗ ਰੋਡ 'ਤੇ ਜ਼ਿਆਦਾ ਨਹੀਂ ਸੀ ਹੋਣੀ। ਉਹਦਾ ਕੀ ਕਾਰਨ ਸੀ? ਫਿਰ ਰੂਟ ਕਿਉਂ ਬਦਲਿਆ? ਕਿ ਜੋ ਕੱਲ੍ਹ ਹੋਇਆ ਇਹ ਹੋਣ ਦਾ ਖਤਰਾ ਸੀ, ਇਹੀ ਹੋਣ ਦਾ ਖਤਰਾ ਸੀ। ਔਰ ਵੱਡੇ ਲੈਵਲ 'ਤੇ ਬੰਦੇ ਨਹੀਂ ਸੀ ਮਰਵਾਉਣੇ, ਆਪਾਂ ਕਾਨੂੰਨ ਬਿੱਲ ਰੱਦ ਕਰਾਉਣੇ ਸੀ। ਉਹਦੇ ਲਈ ਰੂਟ ਬਦਲੇ। ਰੂਟ ਬਦਲਣ ਤੋਂ ਬਾਅਦ ਤੁਸੀਂ ਇਹ ਦੇਖੋ 24 ਜਨਵਰੀ ਤੋਂ ਰੌਲਾ ਕੀ ਪਿਆ? ਬਿੱਲਾਂ ਦਾ ਮਸਲਾ ਖਤਮ ਕਰਤਾ। ਰੂਟ ਇਹ ਨਹੀਂ, ਰਿੰਗ ਰੋਡ ਹੋਈ ਗਈ। ਬਿੱਲ ਵਾਲਾ ਮਸਲਾ ਖਤਮ ਹੋ ਗਿਆ। ਐਂਡ 'ਤੇ ਚਲੋ ਰੂਟ, ਕਿਉਂਕਿ ਜਿੱਥੇ ਬੰਦੇ ਨੂੰ ਪਤਾ ਸੀ ਕਿ ਵਾਇਲੈਂਸ ਹੋਊਗਾ, ਪਤਾ ਸੀ ਉਹਨਾਂ ਨੂੰ ਡਰ ਸੀ ਅਸੀਂ ਲੋਕਾਂ ਦੇ ਧੀ ਪੁੱਤ ਨਹੀਂ ਮਰਵਾਉਣੇ, ਅਸੀਂ ਜਨ ਸ਼ਕਤੀ ਦਿਖਾਉਣੀ ਆਪਣੀ। ਲੋਕ ਆਏ, ਪਰ ਕੀ ਪ੍ਰਚਾਰਿਆ ਗਿਆ? ਏਜੰਸੀਆਂ ਰਾਹੀਂ ਜਿਹੜੇ ਏਜੰਸੀਆਂ ਲਈ ਕੰਮ ਕਰ ਰਹੇ ਸੀ ਕਿ ਰਿੰਗ ਰੋਡ। ਫਿਰ ਕੀ ਹੋਇਆ? ਹੁਣ ਮੈਂ ਗੱਲ ਕਰਦਾ, ਤੁਹਾਨੂੰ ਇਹ ਦੱਸੋ ਉਹਦੇ 'ਚ ਹੁਣ ਕੀ ਕੀਤਾ? ਰਿੰਗ ਰੋਡ 'ਤੇ ਲਿਜਾ ਕੇ ਦੱਸੋ ਵੀ, ਤੁਸੀਂ ਇਹ ਦੱਸੋ
ਲਾਲ ਕਿਲੇ ਦੀ ਕਿੰਨੇ ਗੱਲ ਕੀਤੀ ਸੀ? ਲਾਲ ਕਿਲੇ ਤੇ ਜਾਣ ਦੀ ਤਾਂ ਕੋਈ ਗੱਲ ਨਹੀਂ ਸੀ, ਸਗੋਂ ਗੱਲ ਜਦੋਂ 3-4 ਹਫ਼ਤੇ ਪਹਿਲਾਂ ਉੱਠੀ ਤਾਂ ਅਸੀਂ ਕਹਿੰਦੇ ਸੀ ਕੋਈ ਆਪਾਂ ਲਾਲ ਕਿਲੇ ਦੀਆਂ ਇੱਟਾਂ ਨਹੀਂ ਲਿਆਉਣੀਆਂ, ਆਪਾਂ ਕੋਈ ਪਾਰਲੀਮੈਂਟ ਦੀਆਂ ਕੁਰਸੀਆਂ ਨਹੀਂ ਲਿਆਉਣੀਆਂ, ਆਪਾਂ ਬਿੱਲ ਰੱਦ ਕਰਾਉਣੇ ਨੇ, ਬਿੱਲ ਰੱਦ ਕਰਾਉਣੇ ਨੇ। ਤਾਂ ਲਾਲ ਕਿਲੇ ਦੀ ਤਾਂ ਗੱਲ ਕਿਸੇ ਨੇ ਕੀਤੀ ਨਹੀਂ ਸੀ। ਜਿਹੜੇ ਅੱਜ ਕਹਿੰਦੇ ਨਾ, ਮਸਲਾ ਦੋਸਤੋ ਇਹ ਨਹੀਂ ਹੈ ਕਿ ਉੱਥੇ ਝੰਡਾ ਕੇਸਰੀ ਝੁੱਲਿਆ ਨਹੀਂ ਝੁੱਲਿਆ, ਤਿਰੰਗਾ ਉਤਰਿਆ ਨਹੀਂ ਉਤਰਿਆ, ਇਹ ਮਸਲਾ ਨਹੀਂ ਹੈ। ਮਸਲਾ ਇਹ ਸੀ ਕਿ ਆਪਾਂ ਲਾਲ ਕਿਲੇ ਤੇ ਤਾਂ ਜਾਣਾ ਹੀ ਨਹੀਂ ਸੀ, ਪਰ ਲਾਲ ਕਿਲੇ ਤੇ ਗਏ ਹੋਏ ਕਿਉਂ? ਉੱਥੇ ਝੰਡਾ ਤਾਂ ਹੀ ਝੁੱਲਿਆ ਨਾ ਜੇ ਉੱਥੇ ਗਏ ਆ, ਲਾਲ ਕਿਲੇ ਤੇ ਤਾਂ ਜਾਣਾ ਹੀ ਨਹੀਂ ਸੀ, ਉਹ ਕਿਉਂ ਗਏ ਆਪਾਂ? ਬਾਕੀ ਮੈਂ ਕਹਾਣੀ ਤੁਹਾਨੂੰ ਫਿਰ ਕਿਉਂਕਿ ਮੈਂ ਵਿੱਚ ਸੀ ਧਰਨੇ ਦੇ, ਮੈਂ ਤੁਹਾਨੂੰ ਦੱਸੂਗਾ। ਲਾਲ ਕਿਲੇ ਤੇ ਇੱਕ ਚਾਲ ਦੇ ਰਾਹੀਂ ਬੰਦਿਆਂ ਦੀ ਏਜੰਸੀਆਂ ਦੀ ਮਿਲੀ ਭੁਗਤ ਦੇ ਰਾਹੀਂ ਉੱਥੇ ਕਿਉਂ ਭੇਜਿਆ ਗਿਆ? ਉਹਦੇ 'ਚ ਪਹਿਲਾਂ ਸਰਕਾਰ ਦੇ ਸਾਰੇ ਬੰਦੇ ਸੀ ਕਿ ਇੱਥੇ ਕੇਸਰੀ ਝੰਡਾ, ਪਲੈਨਿੰਗ ਸੀ ਸਭ, ਕੇਸਰੀ ਝੰਡਾ ਝੁੱਲਿਆ ਜਾਊਗਾ। ਫਿਰ ਸਰਕਾਰ ਵੱਲੋਂ, ਗੋਦੀ ਮੀਡੀਆ ਵੱਲੋਂ ਪ੍ਰਚਾਰਿਆ ਜਾਊਗਾ ਕਿ ਆਹ ਦੇਖੋ ਅਸੀਂ ਕਹਿੰਦੇ ਸੀ ਇਹ ਖਾਲਿਸਤਾਨੀ ਨੇ, ਇਹ ਸਿੱਖਾਂ ਨੇ, ਇਹ ਖਾਲਿਸਤਾਨੀ ਮਸਲਾ ਹੈ, ਇਹਦੇ 'ਚ ਕੋਈ ਕਿਸਾਨ ਨਹੀਂ ਹੈ। ਉੱਥੋਂ ਫਿਰ ਟਕਰਾਅ ਹੋਊਗਾ, ਉੱਥੇ ਲਾਲ ਕਿਲੇ 'ਚ ਲੱਖਾਂ 'ਚ ਲੋਕ ਹੋਣਗੇ, ਉੱਧਰੋਂ ਪੁਲਿਸ ਵੱਲੋਂ ਤੇ ਇਹਦੇ ਵਿੱਚ ਜਿਹੜੇ RSS ਦੇ ਬੰਦੇ ਛੱਡੇ ਪੁਲਿਸ ਦੀ ਵਰਦੀ 'ਚ, ਉਹਦੇ ਨਾਲ ਉੱਥੇ ਕਿਸਾਨ ਆਗੂਆਂ ਨੂੰ ਗੋਲੀ ਮਾਰੀ ਜਾਊਗੀ 2-4 ਨੂੰ, ਉੱਥੇ ਹੁੜਦੰਗ ਮੱਚੂਗਾ, ਦੰਗੇ ਹੋਣਗੇ। ਸਿੱਖ ਵਰਸਸ ਭਾਰਤ ਫਿਰ ਦੁਬਾਰਾ ਬਣੂਗਾ ਕਿ ਇਹ ਦੇਖੋ ਇਹ ਖਾਲਿਸਤਾਨ ਚਾਹੁੰਦੇ ਆ। ਉਹਦੇ 'ਚ ਪਰ ਸਰਕਾਰ ਫੇਲ ਹੋ ਗਈ, ਸਰਕਾਰ 5% ਕਾਮਯਾਬ ਹੋਈ ਆ। ਉਹਨੂੰ ਹੁਣ ਜਿਹੜਾ ਤੇਲ ਦੇ ਰਿਹਾ ਕੁਝ ਆਪਣੇ, ਉਹ ਉੱਥੇ ਆਉਣਾ ਮੈਂ, ਹੈ ਨਾ। ਇਹ ਸੀ ਸਾਰੀ ਸਿਸਟਮ ਜੋ ਹੁਣ ਦੇਖ ਰਹੇ ਆਪਾਂ, ਦਿਮਾਗ ਨਾਲ ਸੋਚਿਓ ਬਈ। ਤੇ ਜੋ ਹੁਣ ਉਹ ਕਹਿ ਰਹੇ ਨੇ ਕਿ ਖਾਲਿਸਤਾਨ, ਹੁਣ ਕੀ ਹੋ ਰਿਹਾ? ਕੱਲ੍ਹ ਵੀ ਦੰਗੇ ਹੋਣ ਲੱਗੇ ਸੀ ਹਰਿਆਣੇ 'ਚ, ਪਰ ਲੋਕ ਸਮਝਦਾਰ ਨੇ। ਹੁਣ ਉਹ ਦੰਗੇ ਕਰਾਉਣ ਦੀ ਪੂਰੀ, ਅੱਜ ਵੀ ਉੱਥੇ ਜਿਵੇਂ ਬੰਦੇ ਭੇਜਦੇ ਕਿ ਵਾਪਸ ਜਾਣ ਵਾਪਸ ਜਾਣ। ਹੁਣ ਇਹਦੇ 'ਚ ਰੋਲ ਕਿਹਨੇ ਨਿਭਾਇਆ, ਕਿਵੇਂ ਨਿਭਾਇਆ? ਇਹਦੇ 'ਚ ਰੋਲ ਦੀਪ ਸਿੱਧੂ ਨੇ ਨਿਭਾਇਆ। ਇਹਦੇ 'ਚ ਰੋਲ ਜਿਹੜੀ ਪੰਧੇਰ ਹੋਰਾਂ ਦੀ ਜਥੇਬੰਦੀ ਆ ਉਹਨਾਂ ਨੇ ਨਿਭਾਇਆ। ਇੱਕ ਦਿਨ ਪਹਿਲਾਂ ਪ੍ਰੋਪਰ ਮੀਟਿੰਗ ਹੋਈ ਹੈ, ਇਹ ਰਾਤ ਨੂੰ ਇਹਨਾਂ ਨੇ ਸਟੇਜ ਕੈਪਚਰ ਕੀਤੀ। ਮੈਨੂੰ ਇਹ ਦੱਸੋ, ਜਿਹੜੀ ਸਟੇਜ 'ਤੇ ਉਹ ਆਮ ਬੰਦੇ ਬੋਲ ਰਹੇ ਸੀ ਪਹਿਲੀ, ਉਹ ਰਾਤ ਨੂੰ ਕਿ ਟਰਾਲੀਆਂ ਵੀ ਨਾਲ ਲਿਜਾਵਾਂਗੇ, ਸਾਡੇ ਕੋਈ ਆਈ ਕਾਰਡ ਨਹੀਂ ਚੈੱਕ ਕਰ ਸਕਦਾ, ਇਹ ਉਹ ਕਿਉਂ ਬਈ? ਜੇ ਉੱਥੇ ਕੁਛ ਹੋ ਗਿਆ ਤਾਂ ਹੋਇਆ। ਹੁਣ ਉਹ ਬੰਦੇ ਕੱਲ੍ਹ ਕਿਤੇ ਨਹੀਂ ਦਿਖੇ। ਤੁਸੀਂ ਮੈਨੂੰ ਕੋਈ ਇੱਕ ਵੀਡੀਓ ਦਿਖਾ ਦਿਓ ਉਹਨਾਂ ਬੰਦਿਆਂ ਦੀ। ਕੱਲ੍ਹ ਸਾਰਾ ਦਿਨ ਪਰੇਡ ਦੇ ਵਿੱਚ, 26 ਤਰੀਕ ਨੂੰ ਪਰੇਡ ਦੇ ਵਿੱਚ ਦੀਪ ਸਿੱਧੂ ਕਿਤੇ ਨਹੀਂ ਸੀ। ਉਹਦੀ ਸਿੱਧੀ ਐਂਟਰੀ ਲਾਲ ਕਿਲੇ ਹੁੰਦੀ ਹੈ। ਉਦੋਂ ਪਹਿਲਾਂ ਹੁਣ ਜਿਹੜਾ ਦੀਪ ਸਿੱਧੂ ਕਹਿ ਰਿਹਾ ਕਿ ਮੈਂ ਕਿਵੇਂ ਇਕੱਲਾ ਉਕਸਾ ਗਿਆ, ਮੈਂ ਕਿਵੇਂ ਅੱਗੇ ਲੈ ਕੇ ਲੈ ਗਿਆ, ਉਹ ਦੱਸਦੇ ਕਿਵੇਂ ਹੋਈ। ਉਹ ਕਿਉਂਕਿ ਅਸੀਂ ਵਿੱਚ ਸੀ। ਉਹਦੇ ਵਿੱਚ ਕੀ ਹੋਇਆ, ਜਦੋਂ ਅਸੀਂ ਤੁਰੇ ਨਾ, ਪਰੇਡ ਬਹੁਤ ਚੰਗੀ ਤੁਰ ਰਹੀ ਸੀ। ਸਾਡੀਆਂ ਸਨੈਪਚੈਟ ਵੀਡੀਓ ਪਈਆਂ, ਤੁਸੀਂ ਦੇਖ ਸਕਦੇ ਹੋ, ਇੰਟਰਵਿਊ ਪਈਆਂ। ਹੁਣ ਜਿੱਥੋਂ ਜਿਹੜਾ ਆਪਣੇ ਜਥੇਬੰਦੀਆਂ ਨੇ ਰੂਟ ਸੀ ਕਿ ਉੱਥੋਂ ਯੂ ਟਰਨ ਮਾਰਨਾ, ਉੱਥੇ ਸਰਕਾਰ ਨੇ ਬੈਰੀਕੇਡ ਲਾਏ, ਬੱਸਾਂ ਲਾਈਆਂ, ਬੱਸਾਂ ਹਟਾਤੀਆਂ, ਤੇ ਜਿੱਥੋਂ ਮੁੜਨਾ ਸੀ ਸੋ ਮੁੜਨ ਵਾਲੇ ਪਾਸਿਓਂ ਸਰਕਾਰ ਨੇ ਬੰਦ ਕਰਤਾ। ਤੇ ਉੱਥੇ ਆਪਦੇ ਏਜੰਸੀਆਂ ਦੇ ਬੰਦੇ ਘੜਤੇ ਕਿ ਜੇ ਉਹ ਲੋਕ ਮੁੜਨਾ ਵੀ ਚਾਹਣਗੇ ਮੁੜਨਾ ਦਿਓ। ਤੇ ਰਿੰਗ ਰੋਡ ਖੋਲ੍ਹਤਾ, ਉੱਥੋਂ ਰਿੰਗ ਰੋਡ ਖੋਲ੍ਹਤਾ। ਉੱਥੇ ਅਸੀਂ ਸਟਿਲ ਰੁਕੇ, ਕੁਝ ਕਾਫੀ ਹਜ਼ਾਰਾਂ 'ਚ ਬੰਦੇ ਅੱਗੇ ਲੰਘੇ, 3-4 ਹਜ਼ਾਰ। ਅਸੀਂ ਕਮਰ ਗਰੇਵਾਲ, ਮੈਂ ਉੱਥੇ ਜਥੇਬੰਦੀਆਂ ਤੋਂ ਜਿਹੜੇ ਆਗੂ ਸੰਯੁਕਤ ਮੋਰਚੇ ਨੂੰ ਪੁੱਛਿਆ, ਹਰਿੰਦਰ ਨੂੰ ਭੇਜਿਆ ਸੀ ਕਿ ਪੁੱਛ ਕੇ ਆ ਯਾਰ ਅੱਗੋਂ ਆਪਾਂ ਮੁੜਨਾ। ਕਿ ਉੱਥੇ ਮਤਲਬ ਇੰਨਾ ਤਣਾਅ ਦਾ ਮਾਹੌਲ ਸੀ ਕਿ ਲੋਕਾਂ ਉੱਥੇ ਜਨਸੀਆਂ ਦਾ ਘੱਟੋ ਘੱਟ 1000 ਬੰਦਾ ਕਿ ਨਹੀਂ, ਰਿੰਗ ਰੋਡ। ਜੱਥੇ ਦੇ ਆਗੂ ਸਾਰੇ ਉੱਥੇ ਸੀ, ਉਹਨਾਂ ਦੀ ਚੱਲਣ ਨਹੀਂ ਦਿੱਤੀ। ਦਰਸ਼ਨਪਾਲ ਵਰਗੇ ਜਿਹੜੇ ਕਹਿੰਦੇ ਨਾ ਆਗੂ ਹੈ ਨਹੀਂ ਸੀ, ਉੱਥੇ ਸੀ। ਤੇ ਉੱਥੇ ਪੰਧੇਰ ਜਿਪਸੀ ਦੇ ਚੜਿਆ, ਉਹ ਗੱਡੀ ਤੇ ਚੜਿਆ। ਅਸੀਂ ਖੁਦ, ਸਾਨੂੰ ਕੰਵਰ ਗਰੇਵਾਲ ਦਾ ਨਾਂ ਲੈ ਕੇ, ਗਰੇਵਾਲ ਸਾਹਿਬ ਰਿੰਗ ਰੋਡ। ਤੇ ਜਦੋਂ ਅਸੀਂ ਉਧਰ ਨੂੰ ਮੁੜਨ ਲੱਗੇ, ਫਿਰ ਮੈਂ ਕਿਹਾ ਅਸੀਂ ਡਿਸੀਜਨ ਲਿਆ ਕਿ ਨਹੀਂ, ਅਸੀਂ ਲੋਕ ਨਹੀਂ ਛੱਡਣੇ ਅੱਗੇ। ਲੋਕਾਂ ਨੂੰ ਕਿਤੇ ਅੱਗੋਂ ਰਿੰਗ ਰੋਡ ਤੋਂ ਮੋੜ ਲਿਆਵਾਂਗੇ। ਹੁਣ ਇੱਥੇ ਵਾਪਸ ਜਾਂਦੇ ਹਾਂ ਤਾਂ ਅੱਗੇ ਲੋਕਾਂ ਨਾਲ ਕੁਝ ਹੋ ਗਿਆ। ਉੱਥੋਂ ਅਸੀਂ ਦੋਸਤੋ ਗਏ। ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ ਕਹਿਣਾ, ਜੇ ਕੁਛ ਵੀ ਝੂਠ ਹੋਵੇ, ਇੱਕ ਬੱਚਾ ਉਹਦੀ ਸਹੁੰ ਖਾ ਕੇ ਕਹਿਣਾ ਮੈਂ, ਠੀਕ ਆ। ਉੱਥੋਂ ਨਾਲ ਗਏ ਜਿੱਥੇ ਅਸੀਂ ਜਾ ਰਹੇ ਸੀ ਕਿ ਅੱਗੇ ਨਾਲ ਦੇ ਨਾਲ ਗੱਲ ਹੋ ਸੀ ਕਿ ਜੁੰਬੇ ਅੱਗੋਂ ਰਿੰਗ ਰੋਡ ਜਿਹੜਾ ਪੰਧੇਰ ਨੇ ਦਿੱਤਾ, ਉੱਥੋਂ ਰਿੰਗ ਰੋਡ ਤੋਂ ਮੋੜ ਲਿਆਵਾਂਗੇ। ਕਿਉਂਕਿ ਦੂਜੇ ਪਾਸਿਓਂ ਪੁਲਿਸ ਨੇ ਬੰਦ ਕਰਤਾ। ਸਾਰੀ ਮਿਲੀ ਭੁਗਤ ਸੀ ਕਿ ਕਿਸੇ ਦਾ ਵੱਸ ਨਹੀਂ ਸੀ ਚੱਲ ਰਿਹਾ ਉੱਥੇ। ਜਿਹੜਾ ਬੈਰੀਕੇਡ ਤੋੜਿਆ, ਤੇ ਜਿਹੜਾ ਤੋੜਿਆ ਉਹ ਤਾਂ ਖੁੱਲ੍ਹ ਗਿਆ, ਜਿੱਥੋਂ ਮੁੜਨਾ ਸੀ ਉਹ ਬੰਦ ਕਰਤਾ। ਹੁਣ ਉਦੋਂ ਬਾਅਦ ਰਿੰਗ ਰੋਡ ਜਦੋਂ ਜਾਂਦੇ ਆ, ਜਿਹੜੇ ਰਿੰਗ ਰੋਡ ਤੋਂ ਮੁੜਨਾ ਸੀ, ਉੱਥੋਂ ਬੈਰੀਕੇਡ ਹਲਕਾ ਜਿਹਾ ਲਾਇਆ, ਜਿੱਥੋਂ ਆਪਾਂ ਦੇਖ ਰਹੇ ਹਾਂ ਅਥਰੂ ਗੈਸ ਦੇ ਗੋਲੇ। ਉਦੋਂ ਤੱਕ ਸਾਡੇ ਨਾਲ ਇੱਕ ਬੰਦਾ ਚੜ੍ਹ ਗਿਆ, ਸਾਡੀ ਗੱਡੀ ਤੇ ਚੜ੍ਹਿਆ। ਉਹ ਕਹਿ ਰਿਹਾ ਵੀ ਅੱਗੇ ਕਿੱਥੇ ਜਾਣਾ? ਉਹ ਕਹਿੰਦਾ ਅੱਗੇ ਜਾਣਾ, ਅੱਗੇ ਨੇ ਸਾਰੇ। ਥੋੜ੍ਹਾ ਜਦੋਂ ਅੱਗੇ ਉਹ ਮੋੜ ਲੰਘ ਜਾਂਦੇ ਆ ਜਿੱਥੋਂ ਮੁੜਨਾ ਸੀ, ਉਦੋਂ ਬਾਅਦ ਕਹਿੰਦਾ ਲਾਲ ਕਿਲੇ ਤੇ ਜਾਣਾ, ਲਾਲ ਕਿਲੇ ਤੇ। ਸਾਡੇ ਬਈ ਹੋਸ਼ ਉੱਡ ਗਏ ਕਿ ਲਾਲ ਕਿਲੇ ਤੇ। ਤੇ ਉਹ ਬੰਦਾ ਸੀ ਜਿਹੜਾ ਦੀਪਰਾਂ ਦੇ ਨਾਲ ਰਹਿੰਦਾ ਸੀ, ਸੁਖਪ੍ਰੀਤ ਉਦੋਂਕੇ। ਉਹਨੇ ਪੰਧੇਰ ਨਾਲ ਗੱਲ ਕਰਾਈ। ਜਿਹੜਾ ਕਹਿੰਦਾ ਨਾ, ਪੰਧੇਰ ਕਹਿੰਦਾ ਲੋਕ ਘੋੜਾ ਮਾਰ ਕੇ ਬੈਰੀਕੇਡ ਟੁੱਟ ਗਿਆ ਆਪੇ। ਪੰਧੇਰ ਨੇ ਪ੍ਰਮਾਤਮਾ ਦੀ ਸਹੁੰ,
ਪੰਧੇਰ ਦੀ ਗੱਲ ਹੋਈ, ਪੰਧੇਰ ਕਹਿੰਦਾ ਲਾਲ ਕਿਲੇ ਤੇ ਆ ਜਾਓ, ਆਪਣੀ ਸਰਕਾਰ ਨਾਲ ਮੀਟਿੰਗ ਚੱਲ ਰਹੀ ਹੈ, ਬਿੱਲ ਤਾਂ ਅੱਜ ਰੱਦ ਹੋਣਗੇ। ਪ੍ਰਮਾਤਮਾ ਮੈਨੂੰ ਯਾਰ ਬੱਚੇ ਦੀ ਸਹੁੰ ਕਿ ਬਿੱਲ ਤਾਂ ਰੱਦ ਹੋਣਗੇ, ਲਾਲ ਕਿਲੇ ਦਾ ਜੋ ਸਾਡਾ ਮੱਥਾ ਠਣਕ ਗਿਆ ਕਿ ਨਹੀਂ ਲੋਕ ਮਰਵਾਉਣਗੇ। ਅਸੀਂ ਕਿਹਾ ਨਹੀਂ ਜਾਣਾ। ਨਾਲ ਦੀ ਨਾਲ ਉਦੋਂ ਕਿੰਨੇ ਫੋਨ ਕੱਢੇ ਕਿ ਆਹ ਦੇਖੋ ਆਪਣੇ ਇੱਧਰ ਲੋਕਾਂ ਨੇ ਝੰਡਾ ਚਲਾਤਾ। ਉੱਥੋਂ ਪਹਿਲਾਂ ਵੀ 2.5-3 ਕਿਲੋਮੀਟਰ ਲਾਲ ਕਿਲੇ ਤੋਂ ਪਹਿਲਾਂ ਇੱਕ ਮੋੜ ਯੂ ਟਰਨ ਵੱਜਦਾ, ਉੱਥੋਂ ਕਮਰ ਬੰਦਾ ਕਹਿੰਦਾ ਨਹੀਂ ਆਪਾਂ ਲੋਕ ਨਹੀਂ ਯਾਰ, ਲੋਕ ਉੱਥੇ ਗਲਤ ਕੰਮ ਹੋਊਗਾ। ਉਦੋਂ ਤੱਕ 2000 ਬੰਦਾ ਜਿਹੜਾ ਆਪਣਾ ਲਾਲ ਕਿਲੇ ਤੇ, ਉਹਦੇ ਚੋਂ 1000 ਬੰਦਾ ਏਜੰਸੀਆਂ ਦਾ ਆਪਣਾ 1000 ਜਿਹੜੇ ਪਹੁੰਚ ਗਏ, ਉਹ ਬਾਹਰ ਹੀ ਉਹ ਅੰਦਰ ਨਹੀਂ ਵੜੇ। ਉਹ ਟਰੈਕਟਰਾਂ ਤੇ ਲਾਲ ਕਿਲੇ ਦੇ ਸਾਹਮਣੇ ਜਿਹੜੇ ਖੜੇ ਸੀ, ਜਿਹੜੇ ਆਪਾਂ ਟਰੈਕਟਰ ਦੇਖ ਰਹੇ ਹਾਂ, ਉਹ ਜਿਹੜੇ ਬਾਅਦ 'ਚ ਮੁੜ ਗਏ ਸੀ। ਅਤੇ ਉਹਦੇ 'ਚ ਕੀ ਹੋਇਆ, ਜਦੋਂ ਅਸੀਂ ਖੜੇ ਉੱਥੇ ਕਮਰ ਬਾਈ ਪੈਂਦਾ, ਫਿਰ ਆਪਾਂ ਲੋਕਾਂ ਨੂੰ ਸੰਗਤ ਨੂੰ ਪੁੱਛ ਲੈਂਦੇ ਹਾਂ, ਜੋ ਸੰਗਤ ਦਾ ਫੈਸਲਾ ਹੋਊਗਾ। ਅਸੀਂ ਉੱਥੇ ਖੜੇ ਪ੍ਰੋਪਰ ਅਨਾਊਂਸਮੈਂਟ ਕੀਤੀ ਕਿ ਆਪਾਂ ਇੱਥੋਂ ਯੂ ਟਰਨ ਮਾਰੀਏ, ਜੋ ਜਥੇਬੰਦੀਆਂ ਕਹਿੰਦੀਆਂ ਸੀ ਆਪਾਂ ਉਹ ਕਰੀਏ ਅਤੇ ਆਪਾਂ ਇੱਥੋਂ ਮੁੜੀਏ, ਆਪਾਂ ਲਾਲ ਕਿਲੇ 'ਤੇ ਨਹੀਂ ਜਾਣਾ, ਵੀ ਕੁਝ ਵੀ ਹੋ ਸਕਦਾ। ਜੋ ਜਥੇਬੰਦੀਆਂ ਦਾ ਹੁਕਮ ਸੀ, ਸੰਗਤ ਨੇ ਅਸੀਂ 3 ਜਗਾਰੇ ਬੋਲੇ ਸੋ ਉਹਦੇ ਨਾਲ ਦੇ ਛੱਡੇ ਆ। ਉੱਥੋਂ ਸੰਗਤ ਕਹਿੰਦੀ ਠੀਕ ਹੈ, ਜੇ ਤੁਸੀਂ ਕਹਿੰਦੇ ਹੋ ਠੀਕ ਆ। ਅਸੀਂ ਤੁਰੇ ਹਾਂ, ਜਿਵੇਂ ਉੱਥੇ ਆ ਮੋੜ ਹੈ, ਇੱਕ ਮੋੜ ਸਿੱਧਾ ਲਾਲ ਕਿਲੇ ਨੂੰ, ਇੱਕ ਇੱਥੋਂ ਯੂ ਟਰਨ ਨੂੰ, ਇੱਕ ਇੱਥੋਂ ਦੂਜੇ ਪਾਸੇ ਨੂੰ ਗਾਜ਼ੀਆਬਾਦ ਮਾਨੇਸਰ ਨੂੰ, ਅੱਗੇ ਜਿਹੜਾ ਰੋਡ ਆ ਮੈਂ ਉੱਥੇ ਵੇਖ ਕੇ ਦੱਸ ਸਕਦਾ ਨਾ। ਉਦੋਂ ਬਾਅਦ 2.5-3 ਕਿਲੋਮੀਟਰ ਉੱਥੋਂ ਲਾਲ ਕਿਲਾ ਥੱਲੇ ਜਿਹੜਾ ਰੋਡ ਨਿਕਲ ਜਾਂਦਾ। ਜਦੋਂ ਇੱਥੋਂ ਯੂ ਟਰਨ ਲੈਣ ਲੱਗਦੇ ਆ, ਆਹ ਜਿਹੜੇ ਇੱਥੋਂ ਆ 3 ਰਾਹ ਜਾਂਦੇ ਨੇ, ਇੱਕ ਇੱਥੋਂ ਹੈ, ਇੱਕ ਆ, ਇੱਕ ਹੈ। ਜਦੋਂ ਅਸੀਂ ਯੂ ਟਰਨ ਇੱਥੇ ਵਾਲੇ ਮਾੜਾ ਜਿਹਾ ਮੋੜ ਮੁੜਦੇ ਹਾਂ, ਸਾਡੇ ਨਾਲ 250-300 ਜਿਹੜਾ ਅੱਗੇ ਮੋਟਰਸਾਈਕਲ ਸੀ ਉਹ ਤੁਰਦਾ, ਨਾਲ ਦੀ ਨਾਲ ਜਿੱਥੇ ਉੱਥੋਂ ਏਜੰਸੀਆਂ ਦੇ ਬੰਦੇ ਨਿਕਲਦੇ ਆ। ਇੱਕ ਦੀ ਮੇਰੇ ਕੋਲ ਫੋਟੋ ਵੀ ਹੈ, ਅਤੇ ਉਹ ਬੰਦਾ ਜਿਹੜੇ ਨਾਲ ਮੇਰੀ ਆਰਗੂਮੈਂਟ ਹੋਈ, ਉਹ ਕਹਿੰਦਾ ਲਾਲ ਕਿਲਾ। ਅਸੀਂ ਤੁਰੇ, ਅਸੀਂ ਫੇਰ ਗੱਡੀ ਰੋਕੀ, ਰੋਕਿਆ ਯਾਰ, ਉਹਨਾਂ ਨੇ ਜਿਹੜਾ ਯੂ ਟਰਨ ਨਾਲ ਮੋੜ ਸੀ ਉਹ ਬੰਦ ਕਰਤਾ, ਅਤੇ ਦੂਜੇ ਨੇ ਵੀ ਲਾਲ ਕਿਲਾ ਖੋਲ੍ਹਤਾ ਵੀ ਇੱਧਰ ਨੂੰ ਜਾਣ। ਅਸੀਂ ਤਿੰਨੇ, ਮੈਂ, ਹਰਫ, ਕਮਰ, ਗੁਲਜਾਰੀ, ਹਰਿੰਦਰ, ਅਸੀਂ ਉੱਤਰ ਕੇ ਆਏ ਕਿ ਸਾਡੇ ਨਾਲ 2-3 ਸੱਜਣ ਹੋਰ ਸੀ ਕਿ ਇੱਥੋਂ ਯਾਰ ਆਪਾਂ ਇੱਥੇ ਨਾ ਰੁਕੀਏ, ਇੱਧਰ ਲਾਲ ਕਿਲੇ 'ਤੇ ਨਹੀਂ ਜਾਣਾ, ਆਪਾਂ ਤਾਂ ਇੱਥੋਂ ਵਾਪਸ ਜਾਣਾ। ਲਾਲ ਕਿਲੇ 'ਤੇ ਆਪਣਾ ਜਾਣ ਦਾ ਕੋਈ ਅਨਾਊਂਸਮੈਂਟ ਨਹੀਂ ਸੀ, ਨਾ ਕੋਈ ਜਾਣਾ। ਪਰ ਉੱਥੇ ਏਜੰਟਸ ਘੱਟੋ ਘੱਟ 3-4, ਅਸੀਂ ਸਿਰਫ 4-5 ਏਜੰਸੀਆਂ ਦੇ ਬੰਦੇ ਨਾਲ ਆਏ। ਅਤੇ ਅਸੀਂ ਜਦੋਂ ਉਹਨਾਂ ਨੂੰ ਰਿਕੁਐਸਟ ਕੀਤੇ, ਸਾਡੇ ਗਲ ਕਮਰ ਨੂੰ ਕਹਿੰਦੇ, ਉੱਥੇ ਗੁਲਜਾਰੀ ਨਾਲ ਗੱਲ ਹੋਈ, ਉਹ ਕਹਿੰਦਾ ਧੱਕੇ ਮਾਰੋ ਇਹਨੂੰ, ਸਾਲੇ ਨੂੰ ਧੱਕੇ ਮਾਰੋ, ਇਹਨੂੰ ਧੱਕੇ ਮਾਰ ਕੱਢ ਦਿਓ ਇਹਨੂੰ, ਇਹ ਲਾਲ ਕਿਲੇ 'ਤੇ ਜਾਣਾ। ਸਾਡੇ ਗਲ ਪੈਣ ਨੂੰ ਆਏ। ਅਸੀਂ ਉੱਥੇ ਨਾਲ ਦੀਆਂ ਗੱਡੀ ਬੈਠੇ, ਫਿਰ ਉਦੋਂ ਤੱਕ ਵਹਾਅ ਵਹਿ ਗਿਆ ਪਿੱਛੋਂ, ਕੋਈ ਇੰਨੀ ਤਾਂ ਦੁਨੀਆ ਆਉਂਦੀ ਸੀ। ਪਰ ਜਿਵੇਂ ਜਿਹੜੇ ਲੋਕ ਲਾਲ ਕਿਲੇ ਨੂੰ ਜਾਣੇ ਸਮਝ ਪੈ ਰਹੀ ਸੀ, ਉਹ ਲੋਕ ਮੁੜਨ ਲੱਗ ਗਏ ਸੀ ਅੱਗੋਂ, ਉਹ ਲਾਲ ਕਿਲੇ ਦੇ ਅੱਗੋਂ ਯੂ ਟਰਨ ਲੈ ਕੇ ਵਾਪਸ ਮੁੜਨ ਲੱਗ ਗਏ ਸੀ। ਉਦੋਂ ਬਾਅਦ ਜਥੇਬੰਦੀ ਨਾਲ ਗੱਲ ਹੁੰਦੀ ਹੈ ਕਿ ਪਰ ਹੁਣ ਉਦੋਂ ਬਾਅਦ ਮਸਲਾ ਵੀ, ਉਦੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਝੰਡੇ ਝੂਲ ਗਏ, ਉੱਥੇ ਆਹ ਚੀਜ਼ ਹੋਊਗੀ, ਮਤਲਬ ਖਲਾਰਾ ਪੈ ਗਿਆ, ਮੀਡੀਆ 'ਚ ਚੱਲਣ ਲੱਗ ਗਿਆ ਕਿ ਖਾਲਿਸਤਾਨ ਦੀ ਘੁਸਪੈਠ ਹੋਊਗੀ, ਇਹ ਹੋ ਗਿਆ ਉਹ ਗਿਆ। ਏਜੰਸੀਆਂ ਦੇ ਬੰਦੇ ਸੀ, ਆਪਣੇ ਬੰਦਿਆਂ ਨੇ ਗੇਮ ਪਲਾਨ ਕੀਤੀ ਹੈ, ਉਹਦੇ 'ਚ ਦੀਪ ਸਿੱਧੂ, ਪੰਧੇਰ, ਇਹ ਸਾਰੇ ਬੰਦੇ ਸ਼ਾਮਲ ਸੀ। ਹੋਰ ਸੁਣੋ, ਉਦੋਂ ਕਿ ਬਾਈ ਸਾਡੀ ਗੱਡੀ 'ਤੇ ਚੜ੍ਹਿਆ, ਹੁਣ ਇਹ ਨਹੀਂ ਪਤਾ ਉਹ ਯੂਜ਼ ਕਿਵੇਂ ਹੋਇਆ, ਉਹ ਕਿਵੇਂ ਸੀ, ਨਾਲ ਮਿਲੇ ਸੀ ਕਿ ਇਮੋਸ਼ਨਲੀ ਯੂਜ਼ ਹੋਇਆ, ਅਤੇ ਵੀਰ ਸਿੰਘ ਵੀ ਸੀ। ਜਦੋਂ ਅਸੀਂ ਲੋਕਾਂ ਨੇ ਕਿਹਾ ਕਿ ਲਾਲ ਕਿਲੇ ਵੱਲ ਨਹੀਂ ਮੁੜਨਾ, ਆਪਾਂ ਵਾਪਸ ਜਾਣਾ ਜਥੇਬੰਦੀ ਨੇ, ਉਦੋਂ ਨਾਲ ਉੱਤਰ ਕੇ ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ, ਅਤੇ ਸਾਡੇ ਤੋਂ ਉੱਥੇ ਮਤਲਬ ਗਲ ਪੈਣ ਨੂੰ ਆਏ ਲੋਕ, ਹੈ ਨਾ। ਸ਼ਰੇਆਮ ਪਤਾ ਲੱਗ ਰਿਹਾ ਸੀ ਕਿ ਉਹ ਬੰਦੇ ਆਪਣੇ ਕਿਸਾਨ ਨਹੀਂ ਸੀ, ਪਹਿਲੀ ਵਾਰ ਚਿਹਰੇ ਦਿਖੇ, ਅਲੱਗ ਚਿਹਰੇ ਸੀ ਉਹ। ਅਤੇ ਉਸ ਤੋਂ ਬਾਅਦ ਹੁਣ ਇਹ ਮੈਂ ਤੁਹਾਨੂੰ ਕਹਾਣੀ ਦੱਸਦਾ ਕਿਉਂ ਪਲਾਨ ਕੀਤੀ ਗਈ। ਉਹਦੇ 'ਚ ਇੱਕ ਚੀਜ਼ ਸੁਣੋ, ਜਿਹੜਾ ਰਿੰਗ ਰੋਡ ਸੀ ਉਹਦੇ 'ਤੇ ਕਿਤੇ ਵੀ ਪੁਲਿਸ ਨਹੀਂ ਸੀ। ਦੂਜੇ ਪਾਸੇ ਤਾਂ ਜਿਹੜੇ 3 ਰੂਟ ਨੇ, ਉਹਦੇ ਤਾਂ ਜਿਹੜਾ ਵੀ ਕੋਈ ਬੈਰੀਕੇਡ ਨੂੰ ਮਾੜੀ ਜਿਹੀ ਕੋਈ ਲੱਤ ਲੁੱਤ ਮਾਰਦਾ ਸੀ, ਡੰਡੇ ਮਾਰਦੀ ਸੀ ਪੁਲਿਸ। ਪਰ ਰਿੰਗ ਰੋਡ ਦੇ ਉੱਤੇ ਇੱਕ ਥਾਂ 'ਤੇ ਸਿਰ ਪਹਿਲੇ ਨਾਕੇ ਤੋਂ ਬਾਅਦ ਇੱਕ ਥਾਂ 'ਤੇ ਨਾਕਾ ਸੀ, ਉਹ ਵੀ ਉੱਤੇ ਜਿਵੇਂ ਲੋਕ ਤੁਰਨ ਵਾਲੀ ਜਿਹੜੀ ਉਹ ਸੜਕ ਹੁੰਦੀ ਆ ਕ੍ਰੋਸਿੰਗ, ਉਹ ਵੀ ਮੀਡੀਆ ਨੂੰ ਦੇਣ ਲਈ ਵੀ, ਮਸਾਲਾ ਦੇਣ ਲਈ ਵੀ, ਆਹ ਦੇਖੋ ਉੱਥੇ ਸਿਰਫ ਹਲਕੇ ਜਿਹੇ ਬੈਰੀਕੇਡ 2 ਟਿੱਪਰ ਲਾਏ, ਉਹ ਲੋਕਾਂ ਨੇ ਟਾਈਮ ਨਾਲ ਤੋੜਤੇ। ਅੱਗੇ ਲੋੜ ਸੀ, ਖੁਦ ਫੋਨ 'ਤੇ ਪੰਧੇਰ ਨੇ ਕਿਹਾ ਕਿ ਦਿੱਲੀ ਲਾਲ ਕਿਲੇ 'ਚ ਜਾਣਾ, ਇਹਨਾਂ ਨੂੰ ਸਭ ਪਲਾਨ ਸੀ, ਇਹ ਨਾਲ ਮਿਲ ਕੇ ਆਪਾਂ ਨੂੰ ਬਦਨਾਮ ਕਰਨ ਲਈ, ਮੋਰਚਾ ਫੇਲ ਕਰਨ ਲਈ, ਕਿ ਉੱਥੇ 'ਚ ਆਉਣਗੇ, ਜਦੋਂ ਆਗੂ ਆਉਣਗੇ ਲੋਕਾਂ ਨੂੰ ਆਪਸ 'ਚ ਲੜਾ ਕੇ ਅਤੇ ਖਾਲਿਸਤਾਨ ਦਾ ਕਿ ਇਹ ਤਾਂ ਖਾਲਿਸਤਾਨੀ ਨੇ, ਇਹ ਚੀਜ਼ ਕਰਕੇ ਲੋਕ ਸਾਰੇ ਵਿਰੋਧ 'ਚ ਹੋ ਜਾਣਗੇ, ਅਤੇ ਕੱਲ੍ਹ ਨੂੰ ਉੱਥੇ ਖੇਰੂ ਹੋ ਜਾਊਗਾ, ਸਾਨੂੰ ਵੀ ਗੋਲੀ ਵੱਜ ਸਕਦੀ ਸੀ, ਕਿਸੇ ਨੂੰ ਵੀ। ਐਡਾ ਵੱਡਾ ਇਹ ਮਤਲਬ ਬਲੰਡਰ ਸੀਗਾ। ਹੁਣ ਮੈਂ ਤੁਹਾਨੂੰ ਦੱਸਦਾ ਇਹ ਕਿਉਂ ਸਿਸਟਮ ਸਾਰਾ ਦੀਪ ਸਿੱਧੂ ਦੇ ਜਿਹੜੇ ਕਹਿੰਦੇ ਨੇ ਕਿ RSS ਦਾ ਬੰਦਾ ਹੈਗਾ। ਹੁਣ ਇਹ ਤਾਂ ਗੱਲ ਹੋ ਗਈ ਕੱਲ੍ਹ ਦੀ ਸਾਰੀ ਕਿ ਕਿਉਂ ਕੀਤਾ ਗਿਆ, ਕਿਉਂ ਰੂਟ ਬਦਲਿਆ, ਕਿ ਬੰਦੇ ਨਹੀਂ ਸੀ ਮਰਾਉਣੇ, ਆਪਾਂ ਬਿੱਲ ਰੱਦ ਕਰਾਉਣਾ ਸੀ, ਆਪਾਂ ਜਨ ਸ਼ਕਤੀ ਦਿਖਾਉਣੀ ਸੀ, ਅਤੇ ਉਦੋਂ ਬਾਅਦ ਸਰਕਾਰ 'ਤੇ ਪ੍ਰੈਸ਼ਰ ਪੈਣਾ ਸੀ। ਹੁਣ ਅੱਜ ਤੁਸੀਂ ਆਹ ਲਾ ਲਓ, 24 ਤਰੀਕ ਤੋਂ 4 ਦਿਨ ਰੂਟ ਚੱਲੀ ਗਿਆ, ਬਿੱਲਾਂ ਵਾਲਾ ਮਸਲਾ ਖਤਮ। ਹੁਣ ਕੀ ਚੱਲ ਰਿਹਾ, ਖਾਲਿਸਤਾਨ, ਲਾਲ ਕਿਲਾ, ਚੰਗਾ ਕੀਤਾ ਮਾੜਾ ਕੀਤਾ, ਝੰਡਾ ਚਲਾਉਤਾ, ਚੰਗਾ ਕੀਤਾ ਮਾੜਾ ਕੀਤਾ। ਮੈਨੂੰ ਐਂ ਦੱਸੋ,
ਝੰਡੇ ਖਾਲਸੇ ਦੇ ਕਦੋਂ ਝੂਲਦੇ ਆ? ਜਦੋਂ ਸਾਡੀ ਜਿੱਤ ਹੁੰਦੀ ਹੈ। ਕੀ ਉਹ ਝੰਡਾ ਝੂਲ ਕੇ ਸਾਡੀ ਜਿੱਤ ਹੋਗੀ? ਜਿਹੜੇ ਕਹਿੰਦੇ ਨਾ ਚੰਗਾ, ਜਿਹੜੇ ਕਹਿੰਦੇ ਨਾ ਚੰਗਾ ਹੋਇਆ ਖਾਲਸਾ ਇਸ ਦਾ, ਸਾਡੀ ਤਾਂ ਜਿੱਤ ਹੋਊਗੀ। ਝੰਡੇ ਟੰਗੇ ਨਹੀਂ ਜਾਂਦੇ, ਗੁਰੂ ਦੇ ਖਾਲਸੇ ਦੇ ਝੰਡੇ ਫਹਿਰਾਏ ਜਾਂਦੇ ਆ, ਜਿੱਤ ਦੇ ਨਿਸ਼ਾਨ ਲਾਏ ਜਾਂਦੇ ਆ। ਕਿ ਉਹ ਝੰਡਾ ਜਿੰਨਾ ਟਾਈਮ ਉਹ ਝੰਡਾ ਟੰਗਿਆ ਰਿਹਾ ਇੰਨੇ ਟਾਈਮ ਤੱਕ ਕੁੰਡੀ ਨਹੀਂ ਲਾਉਣ ਦਿੰਦੇ ਬਿਜਲੀ ਵਾਲੇ, ਕੁੰਡੀ ਲੱਥ ਜਾਂਦੀ ਹੈ। ਤੇ ਫਿਰ ਦੱਸੋ, ਦੀਪ ਸਿੱਧੂ ਦੀ ਐਂਟਰੀ ਸਵੇਰੇ ਉਹ ਖੜਾ ਹੈ, ਜਿਹੜੇ ਲਾਲ ਕਿਲੇ ਦੇ ਵਿੱਚ ਚਿੜੀ ਫਰ ਨਹੀਂ ਮਾਰਦੀ, ਚਿੜੀ ਆਮ ਰੂਟੀਨ 'ਚ ਚਿੜੀ ਫਰ ਨਹੀਂ ਮਾਰਨ ਦਿੰਦੀ, ਤੇ 26 ਜਨਵਰੀ ਵਾਲੇ ਦਿਨ ਦੀਪ ਸਿੱਧੂ ਉਹਦੇ 'ਚ ਉੱਥੇ ਕਿਵੇਂ ਪਹੁੰਚ ਗਿਆ? ਤੇ ਉਹ 100-200 ਪੈਂਦਾ ਬੰਦਾ ਕਿਵੇਂ ਪਹੁੰਚ ਗਿਆ ਉੱਥੇ? ਪੁਲਿਸ ਦੀ ਵੀਡੀਓ, ਪੁਲਿਸ ਆਮ ਫਿਰ ਰਹੀ, ਪੁਲਿਸ ਨੇ ਰੋਕਣ ਦੀ, ਜਦੋਂ ਆਖਰ ਨੂੰ ਦੀਪ ਦੀ ਧੱਕਾ ਮੁੱਕੀ ਤਾਂ ਹੋਈ ਹੋਊਗੀ ਲਾਲ ਕਿਲੇ ਦੇ ਉੱਤੇ ਚੜਨ ਦੀ, ਤਾਂ ਉਹ ਧੱਕਾ ਮੁੱਕੀ ਦੀ ਵੀਡੀਓ ਕੋਈ ਦੇਖੀ ਹੈ ਕਿਸੇ ਨੇ? ਫਿਰ ਉਹ ਆਪਾਂ ਨੂੰ ਤਾਂ ਮੰਗਿਆ ਕੋਈ ਸਾਈਕਲ ਨਹੀਂ ਦਿੰਦਾ, ਦੀਪ ਸਿੱਧੂ ਨੂੰ ਮੋਟਰਸਾਈਕਲ ਕਿਹਨੇ ਦੇਤਾ? ਸਭ ਪਲਾਨ ਸੀ ਕਿ ਇੱਥੋਂ ਨਿਕਲੂਗਾ, ਇੱਥੇ ਆ ਸਪੀਚ ਬੋਲੂਗਾ। ਉਹਨੇ ਕੱਲ 26 ਤਰੀਕ ਨੂੰ 2 ਮਿੰਟ ਦੀਆਂ ਲਾਈਵ ਪਾਇਆ, ਇੱਕ ਲਾਈਵ ਉਹ ਡਿਲੀਟ ਕਰ ਗਿਆ, ਉਹਦਾ ਸਕਰੀਨਸ਼ਾਟ ਪਿਆ ਮੇਰੇ ਕੋਲ, ਪਰ ਉਦੋਂ ਜਦੋਂ ਤੱਕ ਰਿਕਾਰਡਿੰਗ ਲਾਣੀ ਸੀ ਉਦੋਂ ਤੱਕ ਡਿਲੀਟ ਕਰ ਗਿਆ ਉਹ, ਹੈ ਨਾ, ਕਿ ਕਿਉਂਕਿ ਉਹਦੇ ਤੇ ਫਿਰ ਉਹ ਫਸਦਾ ਸੀਗਾ, ਪਤਾ ਲੱਗਦਾ ਸੀਗਾ। ਇੱਕ ਪਿਆ, ਇੱਕ ਡਿਲੀਟ ਕਰ ਗਿਆ ਉਹ, ਉੱਥੋਂ ਭੱਜਦਾ। ਜੇ ਉਹ ਸੱਚਾ ਸੀ ਤਾਂ ਖੜਦਾ, ਫਿਰ ਉੱਥੇ ਖੜਦਾ। ਮੇਰੀ ਗੱਲ ਸੁਣੋ, ਝੰਡੇ, ਇਹ ਜੰਗਾਂ ਅੱਜ ਦੇ ਨਵੇਂ ਤਰੀਕੇ ਦੀ ਜੰਗ ਆ। ਅੱਜ ਲੜਾਈ ਸੰਵਾਦ ਦੀ ਲੜਾਈ ਹੈ, ਗੱਲਬਾਤ, ਟੇਬਲ ਟਾਕ ਦੀ ਲੜਾਈ ਆ। ਜਿਹੜੇ ਲੋਕ ਕਹਿੰਦੇ ਨਾ ਝੰਡੇ ਪਹਿਲਾਂ ਝੂਲੇ, ਪਹਿਲਾਂ ਕਿਵੇਂ ਲੜਾਈਆਂ ਹੁੰਦੀਆਂ ਸੀ? ਪਹਿਲਾਂ ਜੰਗਾਂ ਲੜੀਆਂ ਜਾਂਦੀਆਂ ਸੀ, ਰਾਜਿਆਂ ਦੀਆਂ ਜੰਗਾਂ ਹੁੰਦੀਆਂ ਸੀ, ਹੈ ਨਾ। ਕਿ ਉਹਦੇ 'ਚ ਕੀ ਹੁੰਦਾ ਸੀ? ਜਦੋਂ ਆਪਾਂ ਲੱਖਾਂ ਬੰਦਾ, ਇੱਕ ਰਾਜੇ ਨੇ ਦੂਜੇ ਰਾਜੇ ਦਾ ਮਾਰਤਾ, ਜਿਹੜੇ ਕਿਲੇ ਦੇ ਵਿੱਚ ਰਾਜਾ ਰਹਿੰਦਾ ਸੀ ਉਹ ਕਿਲਾ ਫਤਿਹ ਕਰ ਲਿਆ, ਉੱਥੋਂ ਕਿਲੇ 'ਚ ਉਹ ਰਾਜੇ ਨੂੰ ਮਾਰ ਦਿੱਤਾ ਜਾਂਦਾ ਜਾਂ ਬਾਹਰ ਕੱਢ ਦਿੱਤਾ ਜਾਂਦਾ, ਤੇ ਉਸ ਰਿਆਸਤ ਦੇ ਅੰਦਰ ਜਿਹੜੀ ਸੰਗਤ ਹੁੰਦੀ ਸੀ, ਜਿਹੜੀ ਦੁਨੀਆ ਹੁੰਦੀ ਸੀ, ਉਹ ਜਿਹੜਾ ਬੰਦਾ ਕਿਲਾ ਜਿੱਤਦਾ ਸੀ ਉਹਨੂੰ ਰਾਜਾ ਮੰਨ ਲੈਂਦੀ ਸੀ, ਉਹਦੀ ਗੁਲਾਮ ਹੋ ਜਾਂਦੀ ਸੀ। ਕੀ ਆਪਣਾ ਇਸ ਝੰਡੇ ਚਲਾਉਣ ਨਾਲ ਇਦਾਂ ਹੋਇਆ? ਆਪਣਾ 10 ਮਿੰਟ ਝੰਡਾ ਨਹੀਂ ਚਲਾਇਆ ਗਿਆ ਤੇ ਦੁਨੀਆ 'ਚ ਅੱਗ ਲੱਗ ਗਈ? ਕੀ ਜੇ ਅੱਗ ਲੱਗ, ਰੱਬ ਸੁੱਖ ਰੱਖੇ, ਹਾਲੇ ਇਹਦੇ ਨਾਲ ਖਾਲਿਸਤਾਨ ਦਾ ਮੁੱਦਾ, ਸਿੱਖਾਂ ਦਾ ਤੇ ਬਾਕੀ ਦੇਸ਼ ਦਾ ਮੁੱਦਾ ਬਣਾ ਕੇ ਜਿਹੜੇ ਪੰਜਾਬ ਤੋਂ ਬਾਹਰ ਮਹਾਰਾਸ਼ਟਰ, ਯੂਪੀ ਸਿੱਖ ਰਹਿੰਦੇ ਆ, ਕੀ ਆਪਾਂ ਉਹ ਮਰਵਾ ਦੇਣੇ ਸੀ? ਜਿਹੜੇ ਕਹਿੰਦੇ ਨਾ ਜਥੇਬੰਦੀਆਂ ਨੇ ਰੂਟ ਕਿਉਂ ਬਦਲਿਆ, ਉਹ ਪੁੱਤ ਮਰਵਾ ਦੇਣੇ ਸੀ ਆਪਾਂ, ਜੇ ਲਾਲ ਕਿਲੇ ਤੇ ਝੰਡਾ ਚੜਾਇਆ ਸੀ ਫਿਰ ਉੱਥੇ ਖੜਨਾ ਸੀ, ਤਾਂ ਅਗਲੀ ਸਵੇਰ ਨੂੰ ਸਾਡਾ ਰਾਜ ਹੁੰਦਾ ਤੇ ਅਸੀਂ ਬਿੱਲ ਰੱਦ ਕਰਾਉਂਦੇ ਤੇ ਦੁਨੀਆ ਨੂੰ ਅਸੀਂ ਆਪਣੇ ਤਰੀਕੇ ਨਾਲ ਚਲਾਉਂਦੇ। ਕੀ ਇਦਾਂ ਹੋਇਆ? ਇਦਾਂ ਨਹੀਂ ਹੋਇਆ। ਸਿਰਫ ਉੱਥੇ ਜਲੂਸ ਕੱਢਿਆ ਸੀ, ਆਪਣੀ ਇਨਸਲਟ ਕਰਾਈ ਹੈ। ਜਿੱਦਣ ਅਸੀਂ ਬਿੱਲ ਰੱਦ ਕਰਾ ਦਾਂਗੇ, ਖਾਲਸੇ ਦੇ ਨਿਸ਼ਾਨ ਤਾਂ ਕੁਦਰਤੀ ਆਪਣੇ ਆਪ ਝੂਲੇ ਜਾਣੇ ਆ। ਕਿ ਪੰਜਾਬ ਨੇ ਅਗਵਾਈ ਕੀਤੀ, ਬਿੱਲ ਰੱਦ ਹੋਏ, ਕਿ ਸਾਡੇ ਨਿਸ਼ਾਨ ਨਹੀਂ ਝੂਲੇ ਜਾਣਗੇ? ਕਿ ਸਾਡੀ ਦੁਨੀਆ ਤੇ ਜਿੱਤ ਨਹੀਂ ਹੋਊਗੀ? ਹੁਣ ਇਹ ਕਰਾਇਆ ਕਿਉਂ ਗਿਆ? ਇਹਦੇ ਨਾਲ ਇੱਕ ਤਾਂ ਸਾਨੂੰ ਖਾਲਿਸਤਾਨ ਬਣਾ ਕੇ ਜਿਹੜੀ ਸਾਨੂੰ ਇੰਟਰਨੈਸ਼ਨਲੀ ਲਾਲ ਕਿਲਾ ਹੀ ਕਿਉਂ ਚੁਣਿਆ ਗਿਆ ਉਹ ਦੱਸਦਾ। ਜਿਵੇਂ ਵਾਈਟ ਹਾਊਸ ਦੀ ਬਹੁਤ ਅਹਿਮੀਅਤ ਹੈ, ਉਵੇਂ ਆਪਣੇ ਦੇਸ਼ ਲਾਲ ਕਿਲੇ ਦੀ ਬਹੁਤ ਅਹਿਮੀਅਤ ਆ। 15 ਅਗਸਤ 26 ਜਨਵਰੀ ਆਪਾਂ ਉੱਥੇ ਮਨਾਉਂਦੇ ਹਾਂ। ਹੁਣ ਦੱਸੋ, ਹੁਣ ਇਹਦੇ ਨਾਲ ਕੀ ਹੋਇਆ? ਜਿਹੜੀ ਲਾਲ ਕਿਲੇ ਤੇ ਜਾਣ ਨਾਲ ਉਹ ਗੱਲ ਜਿਹੜੀ ਪ੍ਰਚਾਰੀ ਗਈ ਹੈ ਖਾਲਿਸਤਾਨੀ ਸੀ, ਉਹਦੇ ਨਾਲ ਜਿਹੜੀ ਸਾਨੂੰ ਇੰਟਰਨੈਸ਼ਨਲੀ ਸਪੋਰਟ ਮਿਲ ਰਹੀ ਸੀ, ਬਾਹਰਲੀਆਂ ਕੰਟਰੀਆਂ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਸਪੋਰਟ ਦੇ ਰਹੇ ਸੀ। ਹੁਣ ਦੇਸ਼ ਦੀ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਬਣਾ ਕੇ ਲਾਲ ਕਿਲੇ ਨੂੰ ਉਹ ਸਾਡੀ ਸਪੋਰਟ ਬੰਦ ਹੋ ਗਈ। 1000 ਤੋਂ ਉੱਤੇ ਮੀਡੀਆ ਵਾਲੇ ਬਾਹਰੋਂ ਲੋਕ ਆਏ ਸੀ, ਅਲ ਜਜ਼ੀਰਾ, BBC ਵਰਗੇ ਆਏ ਸੀ। ਉਹ ਰਿਪੋਰਟ ਹੁਣ ਕਿਵੇਂ ਸਾਡੇ ਪੱਖ ਦੀ ਦੇ ਸਕਦੇ ਆ ਤੇ ਬਾਹਰਲੇ ਕਿਵੇਂ ਰਿਪੋਰਟ ਕਰਨਗੇ? ਕਿਉਂਕਿ ਮੀਡੀਆ ਨੇ ਇਹ ਕਿਉਂ ਚਾਲ ਸੀ ਕਿ ਇਹ ਵੱਖਵਾਦੀ ਬਣਾ ਕੇ ਇੰਟਰਨੈਸ਼ਨਲ ਸਪੋਰਟ UN ਤੱਕ ਗੱਲ ਕਿਸਾਨਾਂ ਦੀ ਨਾ ਜਾਵੇ, ਤਾਂ ਜੋ ਬਿੱਲ ਰੱਦ ਨਾ ਕਰਨੇ ਪੈਣ। ਸਰਕਾਰ ਨੇ ਐਡੀ ਵੱਡੀ ਚਾਲ ਚੱਲੀ। ਦੀਪ ਸਿੱਧੂ ਨੂੰ ਕਿਵੇਂ ਵਰਤਿਆ? ਮੈਂ ਹੁਣ ਉੱਥੇ ਆਉਣਾ। ਇਹ ਤਾਂ ਸੀ ਨਾ ਕਿ ਆਪਣੀ ਜਿੱਤ ਹੋਗੀ, ਕਿ ਉਹ ਝੰਡੇ ਨਾਲ ਆਪਣੇ ਬਿੱਲ ਰੱਦ ਹੋ ਗਏ, ਬਿੱਲ ਵਾਲਾ ਤਾਂ ਮਸਲਾ ਹੀ ਆਪਾਂ ਖਤਮ ਕਰਤਾ। ਮੇਰੀ ਬਾਹਰਲੇ ਭਰਾਵਾਂ ਨੂੰ ਬੇਨਤੀ ਆ ਹੁਣ ਤੱਤੇ ਬਿਆਨ ਦੇ ਕੇ ਇੱਥੇ ਮੁੰਡੇ ਨਾ ਮਰਵਾ ਦਿਓ। ਮੈਂ ਇਹ ਬਾਅਦ 'ਚ ਗੱਲ ਕਰੂੰਗਾ, ਪਹਿਲਾਂ ਦੀਪ ਦੀ ਗੱਲ ਕਰਦਾ ਮੈਂ। ਹੁਣ ਮੇਰਾ ਵੀਡੀਓ ਲੰਮਾ ਹੋ ਜਾਊਗਾ, ਪਰ ਯਾਰ ਬਹੁਤ ਵਾਰ ਗੱਲਾਂ ਨਹੀਂ ਹੋਣੀਆਂ ਇਹ। ਅੱਜ ਅਸੀਂ ਇਹ ਜਿਹੜਾ ਕਿਸਾਨੀ ਮੋਰਚੇ ਤੋਂ ਜੁੜੇ, ਮੈਂ 15 ਸਤੰਬਰ ਤੋਂ ਜੁੜਿਆ। 25 ਸਤੰਬਰ ਨੂੰ ਦੀਪ ਸਿੱਧੂ ਨੂੰ ਅਸੀਂ ਕਲਾਕਾਰਾਂ ਨੇ ਅੱਗੇ ਲਾਇਆ। ਦੀਪ ਸਿੱਧੂ ਨਾਲ ਸ਼ੰਭੂ ਬਾਰਡਰ ਤੇ ਗਏ। ਉੱਥੋਂ ਅਸਲੀ ਤਾਂ ਕੰਮ ਉੱਥੋਂ ਚੱਲਿਆ ਨਾ, ਬਾਤ ਕਿਸਾਨਾਂ ਨਾਲ, ਜਦੋਂ ਆਮ ਜਨਤਾ ਵੀ ਜੁੜੀ ਹੈ, ਯੂਨੀਅਨ ਨਾਲ ਜੁੜੀ ਹੈ ਕਿ ਆਪਾਂ ਯਾਰ ਬਿੱਲ ਰੱਦ ਕਰਾਉਣੇ ਆ। ਉਦੋਂ ਬਾਅਦ ਉਹ 25 ਸਤੰਬਰ ਤੋਂ ਬਾਅਦ 29 ਸਤੰਬਰ ਨੂੰ ਸਾਡੀ ਪਹਿਲੀ ਮੀਟਿੰਗ ਹੁੰਦੀ ਹੈ ਕਿਸਾਨ ਜਥੇਬੰਦੀਆਂ ਤੇ ਕਲਾਕਾਰਾਂ ਦੀ। ਕਲਾਕਾਰਾਂ ਦੇ ਵਿੱਚ ਲੱਖਾ ਸਿਧਾਣਾ ਤੇ ਦੀਪ ਨੂੰ ਲੀਡ ਦਿੰਦੇ ਆ। ਦੀਪ ਉੱਥੇ ਟੇਬਲ ਤੇ ਲੀਡ ਕਰਦਾ। ਅਸੀਂ ਸਾਰੇ ਕਲਾਕਾਰ, ਜਸ ਬਾਜਵਾ, ਮੈਂ, ਕਮਰ ਗਰੇਵਾਲਾ, ਹਰਪ ਚੀਮਾ, ਰੁਪਿੰਦਰ ਹਾਂਡਾ, ਹੋਰ ਕਿੰਨੇ ਕਲਾਕਾਰ ਹਨ, ਲੱਖਾ ਵੀ ਅਸੀਂ ਕਲਾਕਾਰਾਂ ਵੱਲੋਂ ਆਇਆ। ਸਾਡੇ ਨਾਲ ਵਧੀਆ ਗੱਲਬਾਤ ਕਰਦਾ, ਜਥੇਬੰਦੀਆਂ ਨਾਲ ਵਧੀਆ ਗੱਲਬਾਤ ਕਰਦਾ। ਜਥੇਬੰਦੀਆਂ ਉੱਠ ਕੇ ਜਾਂਦੀਆਂ ਨੇ, ਨਾਲ ਦੀ ਨਾਲ ਕਹਿੰਦਾ ਜਥੇਬੰਦੀਆਂ ਦਾ ਚੋਰ ਨੇ, ਆਪਾਂ ਤਾਂ ਇਕੱਲੇ ਜਾਵਾਂਗੇ, ਮੈਂ ਤਾਂ ਸ਼ੰਭੂ ਇਕੱਲਾ ਬੈਠੂੰਗਾ। ਉਸੇ ਦਿਨ ਹੀ ਕਿ ਮੈਂ ਨਹੀਂ ਇਹਨਾਂ ਨਾਲ ਰਹਿੰਦਾ।
ਉਦੋਂ ਬਾਅਦ ਅਸੀਂ ਇਹਦੇ ਤੋਂ ਦੂਰ ਹੋ ਗਏ ਕਿ ਯਾਰ ਜਥੇਬੰਦੀਆਂ ਨਾਲ ਜ਼ੁਬਾਨ ਕੀਤੀ ਆ, ਹਲੇ ਆਪਾਂ ਤਾਂ ਇਹਨਾਂ ਦਾ ਕੁਝ ਵੇਖਿਆ ਨਹੀਂ, ਆਪਾਂ ਕਿਵੇਂ ਚੋਰ ਕਹਿ ਸਕਦੇ ਹਾਂ। ਉਦੋਂ ਬਾਅਦ ਬਈ ਅਸੀਂ ਇਹਦੇ ਨਾਲ ਫਿਰ ਵੀ ਮੈਂ ਮਿਲਿਆ। ਉਦੋਂ ਬਾਅਦ ਇਹ ਤਾਂ ਨਹੀਂ ਮਿਲੇ, ਇਹਦੇ ਨਾ ਸ਼ੰਭੂ ਦੇ ਨਾਲ ਹੋਟਲ ਹੈ ਹਰਪ੍ਰੀਤ ਦੇਵਗਨ, ਇਹਦਾ ਪ੍ਰੋਡਿਊਸਰ ਹੈ, ਉਹ ਇਹਦੇ ਨਾਲ ਰਹਿੰਦਾ। ਉਹਦੇ ਨਾਲ ਮੈਂ ਮਿਲਿਆ ਕਿ ਨਹੀਂ ਯਾਰ ਆਪਾਂ ਬਈ ਨਾਲ ਰਹੀਏ ਜਾਂ ਕੀ ਕਰਨਾ ਪ੍ਰੋਗਰਾਮ। ਉਦੋਂ ਦੋ ਦਿਨਾਂ ਬਾਅਦ ਉਹਦੇ ਜਿੱਥੇ ਸ਼ੰਭੂ ਬਾਰਡਰ ਉੱਥੋਂ 4-5 ਕਿਲੋਮੀਟਰ ਹੀ ਹਰਪ੍ਰੀਤ ਦਾ ਲਿੰਕ ਰੋਡ ਤੇ ਇੱਕ ਹੋਟਲ ਹੈ, ਉੱਥੇ ਹਰਪ੍ਰੀਤ ਦੇਵਗਨ ਨੇ ਦੀਪ ਸਿੱਧੂ ਨਾਲ ਉੱਥੇ ਮੀਡੀਆ, ਉੱਥੇ ਮੈਨੂੰ ਕਹਿੰਦਾ ਕਿ ਆਪਾਂ ਨਵੀਂ ਪਾਰਟੀ ਤੀਜੀ ਧਿਰ ਖੜੀ ਕਰਾਂਗੇ ਇੱਥੋਂ, ਆਹ ਚੈਨਲ ਆਪਣੇ ਨਾਲ ਨੇ, ਆਹ ਬੰਦੇ ਆਪਣੇ ਨਾਲ ਨੇ। ਉਹ ਬੰਦੇ ਜਿਹੜੇ ਬਾਅਦ 'ਚ ਇਹਨੂੰ ਉਹ ਵੀ ਛੱਡ ਗਏ। ਇਹਨਾਂ ਨੇ ਮੈਨੂੰ ਮੇਰੇ ਬੱਚੇ ਦੀ ਸਹੁੰ ਮੈਨੂੰ ਜਿਹਦੀ ਮਰਜ਼ੀ ਸਹੁੰ, ਜਿਹੜੇ ਮਰਜ਼ੀ ਗੁਰਦੁਆਰੇ 'ਚ, ਕਿ ਆਪਾਂ ਫਰੰਟ ਬਣਾਵਾਂਗੇ ਅਤੇ ਆਪਾਂ ਦਾ ਬਸ ਚੱਕ ਦਾਂਗੇ ਫੱਟੇ। ਹੁਣ ਉਦੋਂ ਬਾਅਦ ਮੈਂ ਵੀ ਦੂਰ ਹੋ ਗਿਆ, ਮੈਂ ਨਹੀਂ ਉਦੋਂ ਬਾਅਦ ਮਿਲਿਆ ਕਿ ਇਹਦੀ ਤਰ੍ਹਾਂ ਗਲਤ ਚੱਲਣ। ਅਸੀਂ ਬੋਲੇ ਕਿਉਂ ਨਹੀਂ ਸੀ ਕਿ ਨਹੀਂ ਯਾਰ ਆਪੇ ਲੋਕਾਂ ਨੂੰ ਸਮਝ ਆ ਜੂਗੀ ਲੋਕਾਂ ਨੂੰ। ਹੁਣ ਇਹ ਦੱਸੋ ਇਹ ਉੱਥੇ ਸ਼ੰਭੂ ਕਿਉਂ ਬੈਠਾ? ਜੇ ਇਹਨੇ ਇਹ ਕਈ ਗੱਲ ਕਰਦਾ ਸੀ, ਬਿੱਲਾਂ ਦੀ ਤਾਂ ਗੱਲ ਹੀ ਨਹੀਂ ਸੀ ਕਰਦਾ, ਇਹਦੀਆਂ ਕੋਈ ਵਰਜੀ ਵੀਡੀਓ ਕੱਢ ਲਓ, ਆਪਾਂ ਨੂੰ ਤਾਂ ਆਪਣਾ ਵੱਖਰਾ ਰਾਜ, ਇਹ ਉਹ ਹੋਰ ਗੱਲਾਂ ਕਰਦਾ ਸੀ। ਕਿਉਂ ਕਰਦਾ ਸੀ? ਇੱਕ ਗੱਲ ਯਾਦ ਰੱਖ ਲਿਓ ਦੋਸਤੋ, RSS ਦਾ ਬੰਦਾ ਕਿਉਂ ਕਹਿੰਦੇ ਅਸੀਂ? RSS ਜਿਹੜੇ ਕਹਿੰਦੇ ਨਾ, ਇਹ ਤਾਂ ਕਹਿੰਦਾ ਯਾਰ ਮੈਂ RSS ਦਾ ਬੰਦਾ ਨਹੀਂ, ਇਹ ਤਾਂ ਗੱਲ ਸਿੱਖੀ ਦੀ ਕਰਦਾ ਹੈ। RSS ਦਾ ਕਿਵੇਂ ਹੋ ਸਕਦਾ? RSS ਕਿਵੇਂ ਲੜਦੀ ਆ? RSS ਕਿਵੇਂ ਲੜਦੀ ਆ? RSS ਕਦੇ ਮਰਦਾਂ ਵਾਂਗੂ ਆਪਣੇ ਵਾਂਗੂ ਲੜਾਈ ਨਹੀਂ ਲੜਦੀ, ਆਮਣੇ ਸਾਹਮਣੇ ਦੀ ਲੜਾਈ ਨਹੀਂ ਲੜਦੀ। RSS ਜਿਵੇਂ ਦਾ ਦੁਸ਼ਮਣ, ਉਹ ਦੁਸ਼ਮਣ ਉਵੇਂ ਦੀ ਬਣ ਕੇ ਦੁਸ਼ਮਣ ਦੇ ਵਿੱਚ ਆਉਂਦੀ ਹੈ, ਦੁਸ਼ਮਣ ਨੂੰ ਥੱਲਿਓਂ ਵੱਢਣਾ ਸ਼ੁਰੂ ਕਰਦੀ ਹੈ, ਪਿੱਠ 'ਚ ਛੁਰੇ ਮਾਰਨਾ ਸ਼ੁਰੂ ਕਰਦੀ ਹੈ। ਇਹਨੇ ਸਾਡੇ ਇਮੋਸ਼ਨ ਨਾਲ ਖੇਡਿਆ, ਸਾਡੀਆਂ ਸਿੱਖੀ ਦੀਆਂ ਗੱਲਾਂ ਕਰਕੇ, ਸੰਤਾਂ ਦੀ ਗੱਲ ਕਰਕੇ ਕਿ ਯਾਰ ਇਹ ਤਾਂ ਸਾਡਾ ਬੰਦਾ ਹੈ। ਹੁਣ ਇਵੇਂ ਸਾਨੂੰ ਨਾ ਪਹਿਲਾਂ ਉੱਥੋਂ ਇਹ, ਕਿਉਂਕਿ ਇਹਨਾਂ ਨੂੰ ਪਤਾ ਸੀ RSS ਨੂੰ, ਇਹ BJP ਨੂੰ ਪਤਾ ਸੀ ਕਿ ਕਿਸਾਨੀ ਬਿੱਲ ਲਿਆਉਣੇ ਨੇ, ਵਿਰੋਧ ਹੋਊਗਾ, ਇਹਨੂੰ ਉੱਥੋਂ ਹੀ ਸਿੱਖੀ ਦੀਆਂ ਗੱਲਾਂ ਇਹਨੇ ਬੰਬੇ ਤੋਂ ਕਰਨੀਆਂ ਸ਼ੁਰੂ ਕੀਤੀਆਂ। ਫਿਰ ਇੱਥੇ ਆਇਆ, ਫਿਰ ਇੱਥੇ ਆ ਕੇ ਸਾਡੇ ਉਦੋਂ ਤੱਕ ਇਹ ਮਨਾਂ 'ਚ ਆ ਗਿਆ ਕਿ ਯਾਰ ਬੜਾ ਘੈਂਟ ਬੰਦਾ, ਬੜਾ ਘੈਂਟ। ਸਾਨੂੰ ਵੀ ਲੱਗਦਾ ਸੀ ਬੜਾ ਘੈਂਟ ਬੰਦਾ। ਸਾਨੂੰ ਤਾਂ ਮਿਲਣ ਤੋਂ ਬਾਅਦ, ਅਸੀਂ ਮੀਟਿੰਗਾਂ ਕਰਨ ਤੋਂ ਬਾਅਦ ਪਹਿਲੀਆਂ 3-4 'ਚ ਇਹਨੂੰ ਅੱਗੇ ਲਾਇਆ ਯਾਰ, ਇਹਦੇ ਮਗਰ ਸੀ ਕਿ ਯਾਰ ਤੇਰੇ ਮਗਰਾਂ ਤੂੰ ਪੜ੍ਹਿਆ ਲਿਖਿਆ ਬੰਦਾ। ਜ਼ਰੂਰੀ ਨਹੀਂ ਕਿ ਬੰਦਾ ਜਿਹੜਾ ਚੰਗੀਆਂ ਗੱਲਾਂ ਕਰੂਗਾ ਬੰਦਾ ਸਹੀ ਹੋਵੇ ਵੀਰੋ। ਤੁਹਾਨੂੰ ਇਹਨਾਂ ਨੇ ਇੰਟੈਲੀਜੈਂਟ ਬਣਾ ਕੇ ਪੇਸ਼ ਕੀਤਾ ਐਡਾ ਕਿ ਯਾਰ ਸਿੱਖੀ ਦਾ ਪ੍ਰਚਾਰਕ ਘੋਨਾ ਮੁੰਨਾ ਬੰਦਾ, ਤੇ ਗੱਲ ਐਡੀਆਂ ਵੱਡੀਆਂ, ਤੇ ਉਹ ਫਿਰ ਉਹਦੇ 'ਚ ਜਜ਼ਬਾ ਨਹੀਂ ਹੋਊਗਾ ਵਾਲ ਸਿਰ ਰੱਖਣ ਦਾ, ਹੈ ਨਾ, ਵਾਲ ਰੱਖਣ ਦਾ। ਸੰਪੂਰਨ ਸਿੱਖ ਕਿਵੇਂ ਨਹੀਂ ਹੋਊਗਾ? ਕਿਉਂਕਿ ਅੰਦਰੋਂ ਤਾਂ ਨਕਲੀ ਹੈ ਨਾ, ਸਕ੍ਰਿਪਟਡ ਬੋਲਦਾ, ਪ੍ਰੋਪਰ ਲਿਖ ਕੇ ਜੋ ਸਕ੍ਰਿਪਟ ਹੁੰਦੀ ਆ ਉਹ ਬੋਲਦਾ। ਉਸ ਤੋਂ ਬਾਅਦ ਮੈਂ ਦੱਸਦਾ, ਫਿਰ ਇਹ ਨਾ ਜਦੋਂ ਇਹ ਉੱਥੇ ਬੈਠਾ, ਇਹ ਪਰ ਸ਼ੰਭੂ ਇਹਨੇ ਅੱਡ ਆਪਦਾ ਲਾ ਲਿਆ, ਅਸੀਂ ਸਾਰੇ ਦੂਰ ਹੋ ਗਏ ਕਿ ਯਾਰ ਬੰਦਾ ਗਲਤ ਹੈ। ਹੁਣ ਇਹ ਦੱਸੋ ਉੱਥੇ ਕਿਉਂ ਬੈਠਾ? ਇਹ ਕਰਦਾ ਸੀ ਉੱਥੇ ਗਰਮ ਗੱਲਾਂ ਕਰਦਾ ਰਿਹਾ, ਤੁਹਾਨੂੰ ਪਤਾ ਹੈ ਨਾ, ਵੀ ਤੁਹਾਨੂੰ ਸਭ ਪਤਾ। ਹੁਣ ਜੇ ਸੱਚਾ ਸੀ, ਜੇ ਬਿੱਲ ਹੀ ਰੱਦ ਕਰਾਉਣੇ ਸੀ ਇਹਨੇ, ਇਹ ਜੰਤਰ ਮੰਤਰ ਵੀ ਤਾਂ ਬਹਿ ਸਕਦਾ ਸੀ। ਇਹਨੇ ਕਿਹੜਾ ਉੱਥੇ ਸ਼ੰਭੂ ਰਾਹ ਰੋਕਿਆ? ਤੁਹਾਨੂੰ ਪਤਾ ਲੋਕਾਂ ਦੀ ਉੱਥੇ ਮੁੰਡਿਆਂ ਦੀ ਇਹਦੇ ਨਾਲ ਜਦੋਂ ਇਹ ਇਕੱਲਾ ਬੈਠਾ ਆੜੀ ਵੀ ਹੋਈ ਕਿ ਤੂੰ ਰਾਹ ਨਹੀਂ ਰੋਕਣਾ ਤਾਂ ਫਿਰ ਇੱਥੇ ਬਹਿਣ ਦਾ ਕੀ ਫਾਇਦਾ? ਤਾਂ ਉੱਥੇ ਨਹੀਂ, ਇਹ ਕਹਿੰਦਾ ਨਹੀਂ ਆਪਾਂ ਰਾਹ ਨਹੀਂ ਰੋਕਣਾ, ਇਹ ਉਦੋਂ ਮੁੱਕ ਮਾਰ ਗਿਆ। ਜੇ ਐਵੇਂ ਬਹਿਣਾ ਸੀ ਫਿਰ ਤਾਂ ਇਹ ਜੰਤਰ ਮੰਤਰ ਬਹਿ ਸਕਦਾ ਸੀ। ਇਹ 4-5 ਜਣੇ ਬੈਠੇ ਸੀ, ਇਹਦੇ 2 ਤੂੰ ਕਹਿੰਦਾ ਜਿਹੜਾ ਸ਼ੰਭੂ ਮੋਰਚਾ ਲਾਇਆ, ਇਹਦੀ ਕੋਈ ਮਰਜ਼ੀ ਵੀਡੀਓ ਕਰਾ ਲਓ, 2 ਮਹੀਨੇ ਦੇ ਅੱਗੇ 10-20 ਬੰਦੇ ਹੁੰਦੇ ਸੀ ਸਿਰਫ, ਕਿਸੇ ਨੇ ਸਪੋਰਟ ਨਹੀਂ ਸੀ ਕੀਤੀ ਇਹਨੂੰ। ਇਹ ਇਕੱਲੀ ਵੀਡੀਓ ਸਾਹਮਣੇ ਫਰੰਟ ਤੋਂ ਬਣਾਉਂਦਾ ਸੀ, ਬਾਹਰਲੇ ਸਾਡੇ ਭਰਾ ਭਾਵੁਕ ਹੋ ਜਾਂਦੇ। ਹਾਂਜੀ ਸੌਰੀ, ਵਿੱਚ ਫੋਨ ਆ ਜਾਂਦਾ। ਇਹ ਸਾਡੇ ਇਮੋਸ਼ਨ ਨਾਲ ਖੇਡਦਾ ਸੀ ਉੱਥੇ। ਫਿਰ ਇਹਨੇ ਮੇਰੀ ਗੱਲ ਸੁਣੋ, ਜਿਹੜੀਆਂ ਇਹ ਗੱਲਾਂ ਕਰਦਾ, ਉਹ ਤਾਂ ਸਿਮਰਨਜੀਤ ਸਿੰਘ ਮਾਨ ਵੀ ਕਰਦੇ ਗੱਲਾਂ। ਉੱਥੇ ਜਿੱਥੇ ਇਹਨੇ ਸ਼ੰਭੂ ਲਾਇਆ ਸੀ, ਤੁਹਾਨੂੰ ਸੱਚ ਦੱਸ ਦਿਆਂ, ਜਿੱਥੇ ਇਹਨੇ ਸ਼ੰਭੂ ਲਾਇਆ ਸੀ ਆਪਣਾ ਸਾਰਾ ਮੋਰਚਾ, ਉਸੇ ਜਗ੍ਹਾ ਤੇ ਬਿਲਕੁਲ 50 ਮੀਟਰ ਤੇ ਬਿਲਕੁਲ ਟੈਂਟ ਦੇ ਨਾਲ ਟੈਂਟ ਸਿਮਰਨਜੀਤ ਮਾਨ ਦੇ ਬੰਦੇ ਬੈਠੇ ਆ। ਇਹਨਾਂ ਦੀ ਆਈਡੀਓਲੋਜੀ ਸੇਮ, ਗੱਲਾਂ ਇਹ ਸੇਮ ਕਰਦੇ ਸੀ। ਇਕੱਠੇ ਕਿਉਂ ਨਹੀਂ ਹੋਏ? ਕਿਉਂਕਿ ਬਾਹਰੋਂ ਜਿਹੜੀਆਂ ਬਾਹਰ ਸਿੱਖੀ ਰੂਪ 'ਚ, ਸਾਡੀਆਂ ਸਿੱਖੀ ਰੂਪ ਦੇ ਵਿੱਚ ਬਾਹਰ ਭੇਡਾਂ ਬੈਠੀਆਂ, ਸਾਡੇ ਇੱਥੇ ਬੰਦੇ ਮਰਵਾਉਣ ਨੂੰ ਬੈਠੀਆਂ, ਉਹਨੂੰ ਇਹਨਾਂ ਨੂੰ ਫੰਡ ਭੇਜਦੇ, ਉੱਧਰੋਂ ਇਹਨਾਂ ਨੇ ਫੰਡ ਲੈਣੇ, ਉੱਧਰੋਂ ਕਿਉਂਕਿ ਇਹ ਤੇ ਸਰਕਾਰ RSS ਜਿਹੜੀਆਂ ਸਿੱਖੀ ਰੂਪ 'ਚ ਉੱਧਰ ਭੇਡਾਂ ਬੈਠੀਆਂ ਸਾਨੂੰ ਗੁੰਮਰਾਹ ਕਰਦੀਆਂ, ਇਕੱਠੇ ਖੇਡਦੇ ਆ। ਉੱਥੇ ਗਰਮ ਗੱਲਾਂ ਨਹੀਂ ਤਾਂ ਉੱਥੇ ਜੇ ਦਿੱਲੀ ਕਰਦਾ ਤੈਨੂੰ ਗੱਲਾਂ ਨਹੀਂ ਸੀ ਕਰਨ ਦੇਣੀਆਂ, ਸਾਨੂੰ ਭਾਵਕ ਨਹੀਂ ਸੀ ਕਰਦਾ, ਸਾਡੇ ਇਮੋਸ਼ਨਲ ਨਹੀਂ ਸੀ ਖੇਡ ਸਕਦਾ। ਉਸ ਤੋਂ ਬਾਅਦ ਇਹ ਚੱਲੀ ਗਿਆ। ਹੁਣ ਜਿੱਦਣ ਦਿੱਲੀ ਆਉਣਾ ਸੀ 26 ਨਵੰਬਰ ਨੂੰ, ਇਹਦੇ ਨਾਲ ਕੋਈ ਜਥਾ ਨਹੀਂ ਸੀ, ਕੋਈ ਬੰਦਾ ਨਹੀਂ ਸੀ, ਇਹ ਇਕੱਲੇ ਨੇ। ਅੱਗੇ ਜਦੋਂ ਮੁੰਡਿਆਂ ਨੇ ਬੈਰੀਗੇਡ ਤੋੜਿਆ, ਇਹ ਇਕੱਲਾ, ਕੋਈ ਉਹਦੇ ਨਾਲ ਕੋਈ ਦੀ ਵੀਡੀਓ ਦਿਖਾ ਦਿਓ, ਫਿਰ ਇਕੱਲਾ ਜਿੱਥੇ ਤੋੜੀ ਗਏ ਪਿੱਛੋਂ ਇਹ ਨਾਲ ਰਲਦਾ ਸੀ। ਹੁਣ 26 ਤਰੀਕ ਨੂੰ ਜਦੋਂ ਪਹੁੰਚਦੇ ਆ, ਇਹ ਦਿੱਲੀ ਬੰਗਲਾ ਸਾਹਿਬ ਕਿਵੇਂ ਪਹੁੰਚ ਜਾਂਦਾ ਹੈ? ਦਿੱਲੀ ਕਿਵੇਂ ਪਹੁੰਚ ਜਾਂਦਾ ਹੈ? ਜਦੋਂ ਕਿੱਥੇ ਉਹ ਚਿੜੀ ਫੜ ਨਹੀਂ ਸੀ ਮਾਰਨ ਦਿੰਦੀ ਪੁਲਿਸ, ਤੇ ਇਹਦੀ ਇੱਕ ਵੀਡੀਓ ਪਈ ਹੈ,
ਇਹਦੀ ਵੀਡੀਓ ਦੇਖਿਓ, ਇਹਦੀ ਲਾਈਵ ਪਈ ਆ ਉਸ ਤਰੀਕ ਦੀ। ਇਹ ਕਹਿੰਦਾ ਮੈਨੂੰ SSP ਇੱਕ ਚੰਗਾ ਮਿਲ ਗਿਆ, ਮੈਨੂੰ ਉਹਨੇ ਸਕਾਟ ਕਰਕੇ ਅੰਦਰ ਭੇਜਿਆ। ਤੁਸੀਂ ਦੱਸੋ ਪੁਲਿਸ ਵਾਲਾ ਕੋਈ SSP ਜਿਹੜੀ ਸਰਕਾਰੀ ਡਿਊਟੀ ਐਡਾ ਪ੍ਰੈਸ਼ਰ ਹੋਵੇ ਸੈਂਟਰ ਸਰਕਾਰ ਦਾ ਸਕਾਟ ਕਰਕੇ ਅੰਦਰ ਭੇਜ ਦੂ? ਹਾਂ, ਇਹਨੂੰ ਪੁਲਿਸ ਲੈ ਕੇ ਆਈ ਅੰਦਰ, ਇਹਨੂੰ ਕਿਉਂਕਿ ਇਹਨੂੰ ਵਰਤਣਾ ਸੀ, ਇਹਨੇ ਨੰਬਰ ਬਣਾਇਆ ਮੈਂ ਕੱਲਾ। ਦੱਸੋ ਕਿਸਾਨ ਸਾਰੇ ਪਿੱਛੇ ਨੇ, ਲੱਖਾਂ ਦਾ ਕਿਸਾਨ ਇਕੱਠਾ। ਇਹਨੇ ਅੰਦਰ ਜਾ ਕੇ ਦਿੱਲੀ ਦੇ ਵਿੱਚ, ਆਹ ਦੇਖੋ ਮੈਂ ਪਹੁੰਚ ਗਿਆ ਦਿੱਲੀ, ਜਿਵੇਂ ਜਵਾਕਾਂ ਵਾਂਗੂ ਦਿੱਲੀ ਪਹੁੰਚ ਕੇ ਕਿਹੜੇ ਝੰਡੇ ਚਲੂਤੇ ਕਿਆ ਪਹੁੰਚ ਗਏ ਦਿੱਲੀ। ਤੇ ਆਪ ਖੁਦ ਕਹਿ ਰਿਹਾ ਕਿ ਮੈਨੂੰ ਪੁਲਿਸ ਨੇ ਅੰਦਰ ਲੈ ਕੇ ਆਈ, ਸਕਾਟ ਕਰਕੇ ਆਈ, ਪੁਲਿਸ ਇਹਨੂੰ ਸਾਰਾ ਕੁਛ ਕਰਾਉਂਦੀ ਰਹੀ। ਇਹਦੀ ਇੱਕ ਵੀਡੀਓ ਆ ਦੇਖੋ, ਇਹ ਕਹਿੰਦਾ ਉੱਥੇ ਕਿ ਮੇਰੀ ਵੀ ਸ਼ਨਾਖਤ ਹੋ ਰਹੀ ਹੈ। ਦੱਸੋ ਇਹਦੀ ਸ਼ਨਾਖਤ ਹੁੰਦੀ ਹੋਈ ਇਹਦੇ ਫੋਨ ਤੋਂ ਇਹਨੂੰ ਪੁਲਿਸ ਨਹੀਂ ਸੀ ਟਰੇਸ ਕਰ ਸਕਦੀ। ਕਹਿੰਦਾ ਮੇਰੀ ਸ਼ਨਾਖਤ ਹੋ ਰਹੀ ਹੈ ਕਿ ਮੈਂ ਵੀ ਹੁਣ ਇਹ ਪਰਨਾ ਬੰਨ੍ਹ ਕੇ ਰੱਖਦਾ ਨਾ, ਕਿ ਮੈਂ ਪਰਨਾ ਜਿਹਾ ਲਾਤਾ। ਖਾਲਿਸਤਾਨ ਦੀ ਸਿੱਖੀ ਦੀ ਗੱਲ ਕਰਨ ਵਾਲਾ ਬੰਦਾ ਪੁਲਿਸ ਦੀ ਡਰ ਤੋਂ, ਪੁਲਿਸ ਦੀ ਸ਼ਨਾਖਤ ਤੋਂ ਪਰਨਾ ਗਲ 'ਚ ਪਾਲੂਗਾ? ਤੁਸੀਂ ਸਿੱਖੋ, ਤੁਸੀਂ ਪੁਲਿਸ ਦੇ ਡਰ ਤੋਂ ਭਾਵੇਂ ਤੁਸੀਂ ਪਰਨਾ ਬੰਨ੍ਹਦੇ ਹੋ ਨਾ ਬੰਨਿਆ ਹੋ, ਪਰ ਬੰਨਿਆ ਹੋਵੇ ਤੇ ਕਹੋ ਵੀ ਸਾਨੂੰ ਪੁਲਿਸ ਦਾ ਡਰ ਹੈ ਤਾਂ ਤੂੰ ਪਰਨਾ ਗਲ 'ਚੋਂ ਲਾਓਗੇ? ਤੁਸੀਂ ਮਰ ਜਾਓਗੇ, ਗਲਾ ਵੱਢਿਆ ਜਾਊਗਾ, ਪਰਨਾ ਗਲ 'ਚੋਂ ਨਹੀਂ ਲਾਓਗੇ, ਨਾ ਪੱਗ ਗਲ 'ਚੋਂ ਲਾਓਗੇ। ਤੇ ਆਹ ਕਹਿੰਦਾ ਨਾਲੇ ਇਹਦੀ ਸ਼ਨਾਖਤ ਤਾਂ ਮੋਨੇ ਦੀ ਹੈ, ਪਰਨਾ ਬਣ ਕੇ ਦੱਸੋਗੇ ਇਹਦਾ ਭੇਸ ਲੁਕਦਾ। ਇਹ ਕਹਿੰਦਾ ਮੇਰੀ ਵੀ ਸ਼ਨਾਖਤ ਹੋਈ ਤਾਂ ਮੈਂ ਪਰਨਾ ਜਿਹਾ ਵੀ ਗਲ 'ਚ ਲਾ ਲਿਆ। ਆਹ ਸੁਣ ਲਓ। ਇਸ ਕਰਕੇ ਲਾ ਕੇ ਗੱਲ 'ਚ ਪਾ ਲਿਆ ਕਿਉਂਕਿ ਮੇਰੀ ਵੀ ਸ਼ਨਾਖਤ ਜੀ ਹੋਈ ਪਈ ਆ ਹੁਣ ਇਹਨਾਂ ਨੂੰ। ਸੋ ਅਸੀਂ ਜਿਵੇਂ ਨਾ ਜਿਵੇਂ ਆਪਦੇ ਆਪ ਨੂੰ ਇੱਥੇ, ਹੁਣ ਤੁਸੀਂ ਦੱਸੋ ਇਹ ਸਿੱਖ ਹੋ ਸਕਦਾ? ਇਹ ਖਾਲਿਸਤਾਨ ਦਾ? ਇਹਦੇ ਬਈ ਉਦੋਂ ਬਾਅਦ ਇਹ ਅੱਜ ਤੱਕ ਜਥੇਬੰਦੀਆਂ ਦੀ ਉਲਟ ਬੋਲਿਆ। ਫਿਰ ਇਹਦੀ ਕੋਈ ਸਪੀਚ ਕੱਢ ਲਓ, ਕੋਈ ਸਪੀਚ ਕੱਢ ਲਓ, ਇਹਨੇ ਹਿੰਦੂ ਭਰਾਵਾਂ ਬਾਰੇ ਗੱਲ ਨਹੀਂ ਕੀਤੀ, ਮੁਸਲਮਾਨ ਭਰਾਵਾਂ ਬਾਰੇ ਗੱਲ ਨਹੀਂ ਕੀਤੀ, ਸਿਰਫ ਸਿੱਖ 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 ਸਿੱਖ। ਕਿਉਂ? ਹਿੰਦੂ ਭਰਾ ਇਹਦੇ ਨਾਲ ਟੁੱਟਣ ਤੇ ਉਹ BJP ਨੂੰ ਵੱਧ ਸਪੋਰਟ ਕਰਨ ਕਿ ਇਹ ਤਾਂ ਯਾਰ ਸਾਡੇ ਲਈ ਖਤਰਨਾਕ ਆ। ਹੁਣ ਕੱਲ ਲਾਲ ਕਿਲੇ ਵਾਲੇ ਏਜੰਡੇ ਤੇ ਜਿਹੜੇ ਹੁਣ ਪੰਜਾਬ 'ਚ ਹਿੰਦੂ ਬੈਠੇ ਆ, ਉਹਨਾਂ ਦੇ ਮਨ 'ਚ ਡਰ ਪਾਤਾ ਕਿਉਂਕਿ 22 'ਚ ਜਦੋਂ ਇਲੈਕਸ਼ਨ ਲੜਨਾ ਤੇ ਉਹ ਸਾਰੀ ਹਿੰਦੂ ਵੋਟ BJP ਨੂੰ ਪਵੇ। ਇਹਦੇ ਬੰਦੇ ਨੇ ਹਰਪ੍ਰੀਤ ਨੇ ਕਿਹਾ ਕਿ ਇਹਨਾਂ ਦੇ ਹੁਣ ਚਾਲ ਕਿਸੇ ਵੀ BJP ਇੱਕ ਤਾਂ ਇੱਥੇ ਇੱਕ ਤਾਂ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣੀ, ਇੱਕ ਹਿੰਦੂਆਂ ਦੇ ਵਿੱਚ ਇਹਨਾਂ ਪ੍ਰਤੀ ਡਰ ਪਾ ਕੇ BJP ਦੀ ਵੋਟ ਨੂੰ ਹੋਰ ਵੱਡਾ ਪੱਕਾ ਕਰਨਾ। ਕਿਉਂਕਿ ਕਾਂਗਰਸ ਦਾ ਉੱਦਾਂ ਬੁਰਾ ਹਾਲ ਹੈ ਕਿ 25-30 ਸੀਟਾਂ ਇਹ BJP ਲਿਜਾਊਗੀ, ਬਾਕੀ ਇਹ ਆਪਣਾ ਵੱਖਰਾ ਫਰੰਟ ਬਣਾ ਕੇ ਉਹ ਰਲ ਕੇ ਸਰਕਾਰ ਬਣਾਉਣਗੇ। ਇੱਥੋਂ ਤੱਕ ਸੋਚੀ ਬੈਠੇ ਆ ਕਿ ਹੁਣ ਆ ਦੇਖੋ ਇਹਨੇ ਉੱਥੇ ਝੰਡਾ ਚਲਾ ਕੇ ਹੁਣ ਜਿਹੜੇ ਹਿੰਦੂ ਭਰਾ ਡਰਾਏ ਕਿ ਨਹੀਂ ਡਰਾਏ, ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ। ਹੁਣ ਦੱਸੋ ਇਹ ਉੱਥੇ ਰਾਤ ਨੂੰ, ਹਮੇਸ਼ਾ ਇਹ ਰਾਤ ਨੂੰ ਲਾਈਵ ਕਰਦਾ, 12-1 ਵਜੇ ਰਾਤ ਨੂੰ ਲਾਈਵ ਕਰਦਾ ਨਿਹੰਗ ਸਿੰਘਾਂ ਕੋਲ, ਫੌਜਾਂ ਕੋਲ ਬਹਿ ਕੇ। ਨਿਹੰਗ ਸਿੰਘ ਫੌਜਾਂ ਹੁਣ ਆਪਾਂ ਯਾਰ ਸਿੱਖੀ ਨਾਲ ਜੁੜੇ ਆ, ਨਿਹੰਗ ਸਿੰਘ ਫੌਜਾਂ ਤਾਂ 24 ਘੰਟੇ ਸਿੱਖੀ ਨਾਲ ਜੁੜੀਆਂ। ਉਹਨਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਨੂੰ ਵਰਤਣ ਲਈ, ਕਿਉਂਕਿ ਆਪਾਂ ਇਮੋਸ਼ਨਲ ਬੰਦੇ ਆ ਯਾਰ, ਆਪਣੀਆਂ ਭਾਵਨਾਵਾਂ ਨਾਲ ਖੇਡ ਕੇ ਆਪਾਂ ਜਿੱਥੇ ਮਰਜ਼ੀ ਆਪਾਂ ਲਾ ਸਕਦੇ ਹਾਂ ਕਿਉਂਕਿ ਭਾਵਕ ਹੋ ਜਾਂਦੇ ਆ ਹਨ। ਉਹਨਾਂ ਨੂੰ ਭਾਵਕ ਕਰਦਾ ਰਿਹਾ ਇਹ 2 ਮਹੀਨੇ ਤੇ ਉਹ ਵਰਤਿਆ। ਪਰ ਉਹ ਵੀ ਉੱਥੇ ਨਹੀਂ, ਲਾਲ ਕਿਲੇ ਦੇ ਬਾਹਰ ਰਹੇ। ਉੱਥੇ ਫੌਜਾਂ ਦੇਖੋ, ਨਿਹੰਗ ਸਿੰਘ ਫੌਜਾਂ ਵੀ ਵਿਚਾਰੀਆਂ ਉੱਥੇ ਨਕਲੀ ਨਿਹੰਗ ਬਣਾ ਕੇ ਨਾ ਦੂਜੇ ਕਈ ਵੇਖੋ ਕਲੀਨਸ਼ਿਪ ਬੰਦਾ ਤੇ ਨਿਹੰਗਾਂ ਵਾਲੀ ਵਰਦੀ ਪਾਈ ਫਿਰਦਾ। ਇਹਨੂੰ ਲਾਲ ਕਿਲੇ ਤੇ ਚਿੜੀ ਵੀ ਨਹੀਂ ਫੜ ਮਾਰ ਸਕਦੀ। ਇਹ ਕਿਵੇਂ ਪਹੁੰਚਿਆ ਉੱਥੋਂ, ਕਿਵੇਂ ਫਿਰ ਜੇ ਭਾਤਾ ਫਿਰ ਨਿਕਲ ਕਿਵੇਂ ਗਿਆ? ਇਹ ਤਾਂ ਫੇਮਸ ਚਿਹਰਾ ਸੀ। ਹੁਣ ਇਹਨੇ 25 ਤਰੀਕ ਦੀ ਰਾਤ ਨੂੰ ਜਦੋਂ ਇਹਦਾ ਤਾਂ ਬੱਸ ਨਹੀਂ ਚੱਲਣ, ਅਸੀਂ ਵੀ ਯਾਰ ਫੇਲ ਹੋਊਗਾ ਕੰਮ, ਕਿਉਂਕਿ ਲੋਕ ਬਈ ਅਸੀਂ ਉੱਥੇ 24 ਘੰਟੇ ਧਰਨੇ 'ਚ ਰਹਿੰਦੇ ਹਾਂ। ਕੋਈ ਲੋਕਾਂ 'ਚ ਰੋਹ ਨਹੀਂ ਸੀ, ਲੋਕ ਸੀ ਕਿ ਜਿੱਥੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਉੱਥੇ ਹੀ ਜਾਵਾਂਗੇ। ਇਹ ਪੰਧੇਰ ਦੀ ਜਥੇਬੰਦੀ, ਇਹਨਾਂ ਦੀ ਮੀਟਿੰਗ ਹੋਈ, ਇਹਨਾਂ ਨੇ ਸਟੇਜ ਪਹਿਲਾਂ ਆਪ ਕੈਪਚਰ ਕਰਾਈ ਬੰਦਿਆਂ ਤੋਂ, ਫਿਰ ਇਹਨਾਂ ਨੇ ਆਪ ਐਂਟਰੀ ਕੀਤੀ, ਉੱਥੇ ਉਕਸਾਇਆ ਕਿ ਆਪਾਂ ਤਾਂ ਪੰਧੇਰ ਨਾਲ ਜਾਵਾਂਗੇ ਤੇ ਗੱਲ ਹੋਈ। ਸਾਰਾ ਇਹ ਸਿਸਟਮ ਹੋਇਆ, ਸਰਕਾਰ ਦੇ ਨਾਲ ਵਰਤਿਆ। ਫਿਰ ਦੇਖੋ ਇੱਕ ਵਾਰ ਜਦੋਂ ਇਹ ਸ਼ੰਭੂ ਤੋਂ ਉਦੋਂ ਬੈਠਾ ਸੀ ਤਾਂ ਉਹ ਜਦੋਂ ਇਹਨਾਂ ਨੂੰ ਰੌਲਾ ਪੈਣਾ ਸੀ ਉਦੋਂ ਸਨੀ ਦਿਓਲ ਨੇ ਟਵੀਟ ਕੀਤਾ ਕਿ ਮੇਰਾ ਇਹਦੇ ਨਾਲ ਕੋਈ ਵਾਸਤਾ ਨਹੀਂ। ਉਹਨੂੰ ਕੀ ਲੋੜ ਸੀ ਉਦੋਂ ਟਵੀਟ ਕਰਨ ਦੀ? ਉਦੋਂ ਉਹਨੂੰ ਟਵੀਟ ਕੀ, ਤੇ ਕੱਲ ਫੇਰ ਸਨੀ ਦਿਓਲ ਟਵੀਟ ਕਰਦਾ ਕਿ ਮੇਰਾ ਦੇ ਨਾਲ, ਉਹਨੂੰ ਸਨੀ ਦਿਓਲ ਨੂੰ ਕੀ ਲੋੜ ਪਈ ਹੈ ਇਹਨੂੰ ਟਵੀਟ ਕਰਨ ਦੀ? ਇਹਨੇ ਭਰਾਵੋ ਇੰਨੀਆਂ ਕੁ ਚਾਲਾਂ ਚੱਲੀਆਂ, ਇੰਨੀਆਂ ਕੁ ਰਾਤ ਨੂੰ ਇਹਨੇ ਲਾਈਵ ਆਉਣਾ। ਫਿਰ ਦੱਸੋ ਸ਼ੰਭੂ ਬਾਰਡਰ ਤੇ ਮੈਨੂੰ ਉੱਥੇ ਕੋਈ ਸਹੁੰ ਖਾ ਕੇ ਕਹਿ ਦੇ, ਇਹ ਹੋਟਲ 'ਚ ਰਹਿੰਦਾ ਸੀ ਉੱਥੇ, 25 ਤਰੀਕ ਨੂੰ ਇਹ 3-3 ਵਾਰ ਕੱਪੜੇ ਬਦਲਦਾ। ਸਾਡੇ ਤਾਂ ਛਾਈਆਂ ਪੈ ਗਈਆਂ, ਇਹਦੇ ਰੰਗ ਚਿੱਟੇ ਦਾ ਚਿੱਟਾ, 3-3 ਵਾਰ ਕੱਪੜੇ ਬਦਲਣਾ। ਇਹ ਗਾਲਾਂ ਕੱਢਦਾ ਲੋਕਾਂ ਨੂੰ, ਹੱਥ ਸੈਨੀਟਾਈਜ਼ ਕਰਦਾ ਵੀ ਗੰਦੇ ਇਹ ਵੋ। ਉੱਥੇ ਰਹਿੰਦਾ ਨਹੀਂ ਸੀ। ਜਦੋਂ ਉੱਥੇ ਵੀ ਧਰਨੇ 'ਚ ਵੀ ਲੋਕਾਂ ਨੇ ਰੌਲਾ ਪਾਇਆ, ਫਿਰ ਇਹ ਟੈਂਟ ਲਾਇਆ ਇਹਨੇ, ਪਰ ਟੈਂਟ 'ਚ ਮਾੜਾ ਮੋਟਾ ਰਹਿੰਦਾ ਸੀ, ਫਿਰ ਰਾਤ ਨੂੰ ਫਿਰ ਹੋਟਲ ਚੱਲ ਜਾਂਦਾ। ਐਵੇਂ ਕਰਦਾ ਸਿਸਟਮ ਇਹ। ਫਿਰ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ, ਜਦੋਂ ਇਹਨੇ ਦੇਖਿਆ ਵੀ ਇਹ ਤਾਂ ਕਾਮਯਾਬ ਹੋ ਗਿਆ ਮੋਰਚਾ, ਅੱਜ ਤੋਂ ਮਹੀਨਾ ਕੁ ਪਹਿਲਾਂ ਇਹ ਫਿਰ ਅੱਗ ਲਾਉਂਦਾ ਕਿ ਜਿਹੜਾ ਬੰਦਾ ਕਹਿੰਦਾ ਸੀ ਕਿ ਸਾਨੂੰ ਸੋਧਾਂ ਨਹੀਂ ਚਾਹੀਦੀਆਂ, ਸਾਨੂੰ ਮਤਲਬ ਪਹਿਲਾਂ ਤਾਂ ਇਹ ਬਿੱਲ ਵੀ ਕਹਿੰਦਾ ਸੀ, ਬਿੱਲ ਬੁੱਲ ਨਹੀਂ, ਸਾਨੂੰ ਤਾਂ ਵੱਖਰਾ ਮਤਲਬ ਸਾਡੇ ਅਧਿਕਾਰ ਚਾਹੀਦਾ। ਫਿਰ ਜਦੋਂ ਦਿੱਲੀ ਆਪਾਂ ਕਾਮਯਾਬ ਹੋ ਰਹੇ ਸੀ,
ਜਿਹੜਾ ਬੰਦਾ ਕਹਿੰਦਾ ਸੀ ਸੋਧਾਂ ਨਹੀਂ ਚਾਹੀਦੀਆਂ, ਤੁਹਾਨੂੰ ਪਤਾ ਵੀਡੀਓ ਹਾਲੇ ਵੀ ਪਈ ਆ ਚੈਨਲਾਂ ਦੇ ਉੱਤੇ ਇੰਟਰਵਿਊ ਦੀ, ਇਹ ਆਪ ਬੋਲ ਰਿਹਾ ਕਿ ਹੁਣ ਬੰਦੇ ਨਹੀਂ ਮਰਵਾਉਣੇ, ਤੁਸੀਂ ਉਦੋਂ ਵੀ ਇਹਨੇ ਭੜਕਾਉਣ ਦੀ ਕੋਸ਼ਿਸ਼ ਕੀਤੀ, ਬੰਦੇ ਮਰਵਾਓਗੇ, ਜਿਹੜੀਆਂ ਸੋਧਾਂ ਦਿੰਦੀਆਂ ਨੇ ਉਹ ਸੋਧਾਂ ਲੈ ਕੇ ਚੱਲ ਜਾਓ। ਫਿਰ ਲੋਕਾਂ ਨੇ ਇਹਦਾ ਵਿਰੋਧ ਕੀਤਾ। ਫਿਰ ਉਦੋਂ ਇਹ ਇੰਨਾ ਡਰ ਗਿਆ ਸੀ ਦੋਸਤੋ, ਇਹਨੂੰ ਪੁੱਛੋ, ਇਹਨੂੰ ਕਹ ਸਹੁੰ ਖਾ ਜੇ ਆਪਣੇ ਬਾਪ ਦੀ, ਇਹ ਲੋਕਾਂ ਨੂੰ ਕਿਉਂ ਨਹੀਂ ਦੱਸ। ਇਹ ਉਦੋਂ ਪਿਛਲੇ ਮਹੀਨੇ 10 ਦਿਨ ਬੰਬੇ ਭੱਜ ਗਿਆ। ਫਿਰ ਵਿੱਚੋਂ ਦੇਖਿਓ ਹਰ ਰੋਜ਼ ਲਾਈਵ ਹੁੰਦਾ ਨਾ, ਵਿੱਚੋਂ ਇੱਕ 10 ਕੁ ਦਿਨ ਇਹ ਲਾਈਵ ਨਹੀਂ ਹੋਇਆ, ਇਹ ਬੰਬੇ ਭੱਜ ਗਿਆ। ਇੰਨਾ ਇਹਨੂੰ ਡਰ ਪੈ ਗਿਆ ਕਿ ਯਾਰ ਲੋਕ ਮੇਰੇ ਵਿਰੋਧ 'ਚ ਹੋ ਗਏ। ਇਹ ਬੰਬੇ ਭੱਜ ਗਿਆ। ਬੰਬੇ ਭੱਜਣ ਤੋਂ 10 ਦਿਨਾਂ ਬਾਅਦ ਫੇਰ ਆਇਆ, ਫੇਰ ਇਹ ਨਿਕਲਿਆ। ਇਹਨੇ ਸਾਰੀ ਉੱਥੇ ਗੇਮ ਪਲਾਨ ਕਰਕੇ, ਹੋਰ ਤੁਹਾਨੂੰ ਦੱਸਦਾ ਵੱਡੀ ਗੱਲ। ਫਿਰ ਅੱਜ ਜਿਹੜਾ ਔਨ 에ਅਰ ਚੈਨਲ ਹੈ ਉਹ ਇਹਦਾ ਚੈਨਲ ਹੈ। ਇਹ ਇਸ ਧਰਨੇ ਦੇ ਵਿੱਚ ਚੈਨਲ ਲੱਗਿਆ। ਜਿਹੜਾ ਬਾਹਰੋਂ ਫੰਡ ਆਇਆ, ਸਰਕਾਰਾਂ ਦੇ ਫੰਡ ਕਿੱਥੋਂ ਇਹਨਾਂ ਨੂੰ ਆਏ, ਕਿੱਥੋਂ, ਹਰਪ੍ਰੀਤ ਦੇਵਗਨ ਉਧਰੋਂ ਬੰਦਿਆਂ 'ਚੋਂ ਫੰਡ ਆਉਂਦਾ। ਹਰਪ੍ਰੀਤ ਦੇਵਗਨ ਦੇ ਨਾਲ ਰਹਿੰਦਾ, ਦਾ ਪ੍ਰੋਡਿਊਸਰ ਹੈ, ਉਹਦੇ ਨਾਂ 'ਤੇ ਚੈਨਲ ਹੈ ਇਹ ਔਨ 에ਅਰ, ਉਹਦੇ ਨਾਂ 'ਤੇ ਚੈਨਲ ਹੈ। ਮੱਕੜ ਬਾਈ ਨੂੰ ਇਹਨਾਂ ਨੇ, ਕਿਉਂਕਿ ਉਹ ਤਾਂ ਨੌਕਰੀ ਕਰਨ ਵਾਲਾ ਬੰਦਾ ਯਾਰ, ਉਹਨੂੰ ਤਾਂ ਤਨਖਾਹ ਦੇਣੀ, ਉਹਨੂੰ ਵੱਧ ਤਨਖਾਹ ਮਿਲੀ, ਚੱਲ ਗਿਆ। ਔਨ 에ਅਰ ਹਰਪ੍ਰੀਤ ਦੇਵਗਨ ਦੇ ਨਾਂ ਚੈਨਲ ਹੈ। ਹਰਪ੍ਰੀਤ ਇਹ ਸਾਰਾ ਉਹਨਾਂ ਵਿੱਚ ਇਹਨਾਂ ਨੇ ਚੈਨਲ ਲਾਇਆ ਕਿਉਂਕਿ ਇਹਨਾਂ ਆਪਦੀ ਹਾਈਲਾਈਟ ਕਰਨ ਲਈ, ਅਤੇ ਇੱਕ ਚੈਨਲ ਹੋਰ ਆ ਉਹਦਾ ਤੁਹਾਨੂੰ ਆਪੇ ਪਤਾ ਲੱਗ ਜੂਗਾ, ਠੀਕ ਹੈ ਨਾ। ਇਹ ਬਈ ਚੈਨਲ ਤੱਕ ਇਹਨਾਂ ਨੇ ਆਪਣੇ ਲਾਏ। ਇਹਨਾਂ ਨੇ ਹੁਣ ਤੱਕ ਲੋਕਾਂ, ਇਹਦੀ ਕੋਈ ਸਪੀਚ ਸੁਣੋ, ਲੋਕਾਂ ਨੂੰ ਉਕਸਾਉਣ ਦੀ ਸਪੀਚ ਆ। ਅਤੇ ਸਰਕਾਰ ਦਾ ਇਹ ਸਿਰਫ ਕਿ ਇੱਕ ਤਾਂ ਜਿਹੜੀ ਹਿੰਦੂ ਵੋਟ ਹੈ ਭਾਰਤ ਦੀ, ਪੰਜਾਬ ਦੀ ਸੌਰੀ, ਉਹ ਵਿਰੋਧ 'ਚ ਹੋ ਜੇ, ਉਹ ਪੱਕੀ ਬੀਜੇਪੀ ਦੀ ਹੋ ਜੇ। ਇੱਕ ਕਿਸਾਨ ਮੋਰਚਾ ਫੇਲ ਹੋ ਜੇ, ਇਹਦੀ ਸਿੱਧੀ ਦਿੱਲੀ। ਕੱਲ੍ਹ ਮੈਨੂੰ ਐਂ ਦੱਸੋ, ਮੋਰਚੇ 'ਚ ਜੇ ਹੈਗਾ ਸੀ ਕੋਈ ਵੀਡੀਓ ਇਹਦੀ, ਮੋਰਚੇ ਨੂੰ ਲੀਡ ਕਰਦੇ ਜਦੋਂ ਸਵੇਰੇ ਤੁਰੇ ਆ, ਫਿਰ ਦੱਸੋ ਸਾਰੀਆਂ ਜਥੇਬੰਦੀਆਂ ਤੁਰਨ ਦਾ ਟਾਈਮ 9-10 ਵਜੇ ਦੇ ਵਿੱਚ ਸੀ, ਇਹ ਸਵੇਰੇ 8 ਵਜੇ ਤੁਰ ਪੈਂਦੇ ਆ। ਸਰਕਾਰ ਉਦੋਂ ਅਸੀਂ ਆਉਂਦੇ ਹਾਂ, ਸਾਡੀ ਐਂਟਰੀ ਹੁੰਦੀ 9 ਵਜੇ, ਅਸੀਂ ਆਉਣਾ ਸੀ ਉਹ ਪੂਰੇ 9 ਵਜੇ। ਪਹਿਲਾਂ ਅਸੀਂ ਨਾਲ ਹੀ ਗੁਰਦੁਆਰਾ ਉੱਥੇ ਖੜ੍ਹ ਗਏ, ਉੱਥੋਂ ਅਸੀਂ ਰੋਟੀ ਖਾ ਕੇ ਜਦੋਂ ਐਂਟਰੀ, ਤਾਂ ਉਦੋਂ ਤੱਕ ਤਾਂ ਇਹ ਬੰਦੇ ਲੰਘ ਚੁੱਕੇ ਸੀ। ਸੀਗਾ ਯਾਰ ਕਮਾਲ ਦੀ ਗੱਲ ਹੈ, ਇਹਦਾ ਟਾਈਮ ਨਾਲ ਤੁਰ ਪਏ। ਪੁਲਿਸ ਨੇ ਇਹਨਾਂ ਨੂੰ ਰੋਕਿਆ ਹੀ ਨਹੀਂ, ਜਦੋਂ ਟਾਈਮ 9 ਦਾ ਸੀ, ਇਹਨਾਂ ਨੂੰ ਉੱਥੇ ਨਹੀਂ ਪੁਲਿਸ ਨੇ ਰੋਕਿਆ। ਅਤੇ ਜਿਹੜਾ ਕਹਿੰਦਾ ਨਾ ਵੀ ਮੈਂ ਕਿਵੇਂ ਉਕਸਾ ਗਿਆ, ਇਹ ਉੱਥੋਂ ਲੀਡ ਕਰ ਰਿਹਾ ਸੀ। ਵਿੱਚੋਂ ਅਸੀਂ ਬੰਦੇ 100 50 ਬੰਦੇ, ਇਹਨਾਂ ਨੂੰ ਪਤਾ ਸੀ ਜਿਹੜੇ ਬੰਦੇ ਮੋੜ ਸਕਦੇ ਆ ਲੋਕਾਂ ਨੂੰ, ਉਹਨਾਂ ਬੰਦਿਆਂ ਦੇ ਆਲੇ ਦੁਆਲੇ ਏਜੰਸੀਆਂ ਦੇ ਬੰਦੇ ਸੀ। ਇਹਦੇ ਨਾਲ ਟਰੈਕਟਰ ਦੇ ਉੱਤੇ ਇੱਕ ਬੰਦਾ ਬੈਠਾ, ਨੀਲੀ ਪੱਗ ਵਾਲਾ, ਬੁਲਟ ਮੋਟਰਸਾਈਕਲ ਉੱਥੇ ਹੈ, ਉਹ ਬੁਲਟ ਮੋਟਰਸਾਈਕਲ 'ਤੇ ਸਾਡੇ ਨਾਲ ਜਾਂਦਾ ਰਿਹਾ ਬੰਦਾ, ਉਹ ਬੁਲਟ ਮੋਟਰਸਾਈਕਲ 'ਤੇ ਨਾਲ ਜਾਂਦਾ ਰਿਹਾ। ਉਹ ਬੰਦਾ ਮੁੜ ਕੇ ਫਿਰ ਇਹਦੇ ਨਾਲ ਕਿਵੇਂ, ਉਹ ਤਾਂ ਇਹਨਾਂ ਤੋਂ ਬਹੁਤ ਅਸੀਂ ਪਿੱਛੇ ਸੀ, ਅਤੇ ਉਹਦੇ ਨਾਲ ਉਦੋਂ ਜਾ ਕਿਵੇਂ ਜਾ ਰਲਿਆ। ਬਾਈ ਜੀ ਮੰਨ ਲਓ, ਸਾਡੀ ਗੱਲ ਮੰਨ ਲਓ, ਇਹ ਬੰਦਾ RSS ਤੁਹਾਡੇ ਵਰਗੇ ਹੋ ਕੇ ਤੁਹਾਨੂੰ ਮਾਰਦੀ ਆ। RSS ਤਾਂ ਮਰਦਾਂ ਵਾਂਗੂ ਤੁਹਾਡੇ ਸਾਹਮਣੇ ਨਹੀਂ ਲੜਦੀ। ਇਹ ਬੰਦਿਆਂ ਨੇ ਤੁਹਾਨੂੰ ਬਦਨਾਮ ਕਰਨ ਲਈ, ਸਿੱਖ ਕੌਮ ਨੂੰ ਬਦਨਾਮ ਕਰਨ ਲਈ, ਮੋਰਚੇ ਨੂੰ ਫੇਲ ਕਰਨ ਲਈ, ਅਤੇ ਹਿੰਦੂ ਵੋਟ ਹੋਰ ਪੱਕੀ ਕਰਨ ਲਈ ਬੀਜੇਪੀ ਨੇ ਕੰਮ ਕੀਤਾ। ਉਹਨਾਂ ਦਾ ਬੰਦਾ, ਬੜੀਆਂ ਗੱਲਾਂ ਨੇ। ਅਸੀਂ ਯਾਰ ਜਥੇਬੰਦੀਆਂ ਦਾ ਚੋਰ ਨੇ, ਅਸੀਂ ਕਲਾਕਾਰ ਚੋਰ ਸੀ। ਅਸੀਂ ਪਹਿਲੀ ਦੂਜੀ ਮੀਟਿੰਗ ਤੋਂ ਇਹਦੇ ਤੋਂ ਦੂਰ ਹੋ ਗਏ। ਅਸੀਂ ਕਿਉਂ ਦੂਰ ਹੋ ਗਏ? ਚਲੋ ਯਾਰ ਮੇਰਾ ਛੱਡੋ, ਕਮਰ ਗਰੇਵਾਲ ਤਾਂ ਛੋਟਾ ਨਾ ਆ, ਸਿੱਪੀ ਗਿੱਲਰੀ, ਜਸ ਬਾਜਵੇਰੀ, ਉਹਦਾ ਤਾਂ ਇਹਨਾਂ ਤੋਂ ਵੱਡਾ ਨਾਮ ਆ ਉਹਨਾਂ ਦਾ। ਕਿਉਂ ਦੂਰ ਹੋਏ? ਕੋਈ ਤਾਂ ਗੱਲ ਹੋਊਗੀ, ਕਿਉਂ ਚੁੱਪ ਹੋਏ? ਜਾਂ ਸਮਾਜ ਨਾਲ ਥੋੜ੍ਹੀ ਜਿਹੀ ਰੜਕ ਵੀ ਚੱਲੀ ਉਦੋਂ ਤੁਸੀਂ ਵਰਸੇ, ਫਿਰ ਅਸੀਂ ਚੁੱਪ ਕਰ ਗਏ ਕਿ ਨਹੀਂ ਯਾਰ ਆਪਾਂ ਕਿਸਾਨ ਮੋਰਚਾ ਨਹੀਂ ਫੇਲ ਕਰਨਾ, ਇਹ ਨਾ ਹੋ ਜੇ ਲੋਕ ਸਾਰਾ ਮੀਡੀਆ ਲੋਕ ਇੱਧਰ ਉਲਝ ਜਾਣ। ਅਤੇ ਉਹ ਹੁਣ ਤੁਸੀਂ ਦੱਸੋ, ਪਿਛਲੇ ਹਫ਼ਤੇ ਤੋਂ ਬਿੱਲਾਂ ਦੀ ਗੱਲ ਹੋ ਰਹੀ ਹੈ, ਬਸ ਦੀਪ ਸਿੱਧੂ ਵਰਸੀ ਜਾ ਆਹ ਰੂਟ, ਹੁਣ ਲਾਲ ਕਿਲ੍ਹਾ, ਹੁਣ ਹਫ਼ਤਾ ਫੇਰ ਇੱਥੇ ਲੰਘ ਜਾਣਾ। ਭਰਾਵੋ, ਕਦੇ ਚੋਰ ਕਹਿੰਦਾ ਵੀ ਮੈਂ ਚੋਰੀ ਕੀਤੀ ਹੈ, ਤੁਸੀਂ ਕਹਿੰਦੇ ਕਹਿੰਦਾ ਮੈਂ RSS ਦਾ ਬੰਦਾ ਨਹੀਂ। RSS ਦਾ ਬੰਦਾ ਕਹੂਗਾ ਵੀ ਮੈਂ RSS ਦਾ ਬੰਦਾ, ਬੀਜੇਪੀ ਦਾ ਬੰਦਾ ਥੋੜ੍ਹਾ ਕਹੂਗਾ ਮੈਂ ਬੀਜੇਪੀ ਦਾ ਬੰਦਾ। ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਤੁਹਾਨੂੰ ਥੋੜ੍ਹਾ ਕਹੂਗਾ ਮੈਂ ਤੁਹਾਡਾ ਦੁਸ਼ਮਣ, ਉਹ ਕਹੂਗਾ ਯਾਰ ਨਹੀਂ ਯਾਰ ਮੈਂ ਤਾਂ ਤੁਹਾਡਾ ਹੀ ਹਾਂ। ਅਤੇ RSS ਦਾ ਫਾਰਮੂਲਾ ਹੀ ਇਹ ਹੈ। ਭਰਾਵੋ, ਕਿਸਾਨ ਜਥੇਬੰਦੀਆਂ ਇਹਨਾਂ ਨਾਲ ਰਲ ਕੇ ਆਪਾਂ ਬਿੱਲ ਰੱਦ ਕਰਾਉਣੇ ਨੇ। ਆਪਣਾ ਮਸਲਾ ਪਹਿਲਾਂ ਦੱਸੋ, ਆਪਣਾ ਮਸਲਾ ਬਿੱਲ ਰੱਦ ਕਰਾਉਣਾ। ਕੀ ਆਪਣੀ ਸਿੱਖੀ ਨੂੰ ਕੋਈ ਖਤਰਾ ਸੀ? ਕੀ ਆਪਾਂ ਸਿੱਖੀ ਦੀ ਹੋਂਦ ਦੀ ਲੜਾਈ ਲੜ ਰਹੇ ਸੀ ਵੀ ਆਪਾਂ ਕੇਸਰੀ ਝੰਡਾ ਚਲਾਉਣਾ ਸੀ? ਕੀ ਪਹਿਲੀ ਗੱਲ ਲਾਲ ਕਿਲ੍ਹੇ 'ਤੇ ਜਾਣ ਦੀ ਗੱਲ ਸੀ? ਆਪਣਾ ਮਸਲਾ ਤਾਂ ਬਿੱਲ ਰੱਦ ਕਰਾਉਣਾ ਸੀ। ਇਹਨਾਂ ਨੇ ਹੁਣ ਸਿੱਖੀ ਵਰਸਸ, ਪਹਿਲਾਂ ਕਾਮਰੇਡ ਬਣਾਈ ਗਏ, ਹੁਣ ਸਿੱਖ ਵਰਸਸ ਦੇਸ਼ ਬਣਾ ਰਹੇ ਆ। ਤੁਹਾਨੂੰ ਖਤਮ ਕਰਨ ਲਈ ਬੀਜੇਪੀ ਦੀ ਸਰਕਾਰ ਪੰਜਾਬ 'ਚ ਬਣਾਉਣ ਲਈ, ਅਤੇ ਇਹ ਮਿਲ ਕੇ ਬਣਾਉਣਗੇ। ਇਹ ਮੈਂ ਜੇ ਕੋਈ ਗੱਲ ਝੂਠ ਕਰਦਾ ਹੋਊ ਨਾ, ਇੱਥੇ ਬੈਠੇ ਹੀ ਜਾਨ ਨਿਕਲ ਜੇ, ਮੈਨੂੰ ਗੋਲੀ ਮਾਰ ਦਿਓ ਯਾਰ। ਮੈਂ ਹੁਣ ਬਾਹਰਲੇ ਭਰਾਵਾਂ ਨੂੰ ਕਹਿਣਾ, ਬਾਹਰਲੇ ਸੱਜਣ ਸਾਡੇ ਭਾਵਕ ਹੋ ਕੇ ਉੱਥੇ ਕੁਝ ਕੁ ਜਿਹੜੀਆਂ ਸਰਕਾਰਾਂ ਦੇ ਬੰਦੇ, ਕੀ ਯਾਰ ਪੰਨੂ ਐਡੀਆਂ ਵੱਡੀਆਂ ਗੱਲਾਂ ਕਰਦਾ, ਉਹ ਗੁਰਸਿੱਖ ਕਿਉਂ ਨਹੀਂ ਗਾ? ਇਹ ਗੁਰਸਿੱਖ ਕਿਉਂ ਨਹੀਂ ਗਾ? ਇਹ ਕਹਿੰਦਾ ਮੈਂ ਪਰਨਾ ਗਲ 'ਚ ਪਲਿਆ। ਯਾਰ ਐਡੀਆਂ ਵੱਡੀਆਂ ਗੱਲਾਂ ਕਰਨ ਵਾਲਾ, ਜਿਹਦੇ 'ਚ ਐਡਾ ਪ੍ਰਭਾਵ ਹੋਵੇ ਸਿੱਖੀ ਦਾ, ਅਤੇ ਉਹ ਦਾੜੀ ਨਾ ਰੱਖੇ, ਅਤੇ ਉਹ ਕੇਸ ਨਾ ਰੱਖੇ, ਅਤੇ ਪੱਗ ਨਾ ਬੰਨ੍ਹਦਾ ਹੋਵੇ, ਉਹ ਛਾਤੀਆਂ ਮੁੰਨਦਾ ਹੋਵੇ। ਅਸੀਂ ਤਾਂ ਪਲੀਤ ਹਾਂ, ਅਸੀਂ ਤਾਂ ਕੁੱਤੇ ਹਾਂ, ਕੰਜਰ ਹਾਂ। ਇਹ ਤਾਂ ਵੱਡੀਆਂ ਗੱਲਾਂ ਕਰਦੇ ਆ।
ਇਹ ਐਵੇਂ ਦੇ ਬੰਦੇ ਐਵੇਂ ਦਾ ਸਿੱਖ ਹੋਊਗਾ। ਇਹਦੀ ਪਹਿਲੀ ਫਿਲਮ ਰਮਤਾ ਜੋਗੀ ਸਕੂਲ ਦੀ ਕੁੜੀ ਨਾਲ ਇਸ਼ਕ ਲੜਾਉਂਦਾ ਹੋਊਗਾ, ਜਿਹਦੇ ਤੇ ਸੰਤਾਂ ਦਾ ਪ੍ਰਭਾਵ ਹੋਊਗਾ। 16 ਸਾਲ ਦੀ ਕੁੜੀ ਤੇ ਸਕੂਲ ਦੀ ਤੇ ਗੇੜੇ ਮਾਰਦਾ ਹੋਊਗਾ, ਉਹੀਆਂ ਫਿਲਮਾਂ ਕਰੂਗਾ ਇਹ। ਮੈਂ ਕਹਿੰਦਾ ਹੁਣ ਵੇਲਾ ਜੋ ਹੋ ਗਿਆ, ਆਪਾਂ ਬਚ ਗਏ। ਆਪਾਂ 95% ਕਾਮਯਾਬ, 5% ਸਿਰਫ ਸਰਕਾਰ ਕਾਮਯਾਬ ਹੋਈ। ਆਪਾਂ ਬਚ ਗਏ ਵੱਡੇ ਦੰਗਿਆਂ ਤੋਂ, ਆਪਣੀਆਂ ਪੁੱਤਾਂ ਨੂੰ ਮਰਾਉਣ ਤੋਂ ਬਚ ਗਏ। ਆਪਣਾ ਮੋਰਚਾ ਉੱਥੇ ਹੀ ਖੜਾ ਹੈ। ਮੇਰੀ ਦੋਸਤਾਂ ਨੂੰ ਜਿਹੜੇ ਹੁਣ ਕਹਿੰਦੇ ਸਹੀ ਕੀਤਾ, ਨਿਸ਼ਾਨ ਝੂਲ ਤੇ ਜਿੱਤ ਨਹੀਂ ਹੋਈ। ਜਿੱਦਣ ਬਿੱਲ ਰੱਦ ਹੋਣਗੇ, ਨਿਸ਼ਾਨ ਗੁਰੂ ਸਾਹਿਬ ਦੇ ਆਪਣੇ ਆਪ ਝੂਲੇ ਜਾਣਗੇ। ਨਿਸ਼ਾਨ ਐ ਨਹੀਂ ਉਹ ਲਟਕਾ ਕੇ ਆ ਗਏ ਉੱਥੇ ਗੁਰੂ ਸਾਹਿਬ ਦਾ ਨਿਸ਼ਾਨ, ਉਹਦੀ ਬੇਅਦਬੀ ਕਰਾਉਣ ਲਈ ਉੱਥੇ ਖੜ੍ਹਦੇ। ਤੇ ਮੇਰੀ ਭਰਾਵੋ, ਤੱਤੇ ਬਿਆਨ ਦੇ ਕੇ ਨਾ ਭੜਕਾਓ ਨੌਜਵਾਨੀ ਨੂੰ, ਇੱਥੇ ਵਾਲੀ ਨੂੰ ਨਾ ਭੜਕਾਓ। ਨਹੀਂ ਮੁੰਡੇ ਮਰਾਉਣੇ। ਕੀ ਚਾਹੁੰਦੇ ਹੋ ਦੁਬਾਰਾ 84? ਇਹ ਕਹਿੰਦੇ ਨਾ ਇਹ ਨਾਮ ਰੱਖ ਦਿੰਦਾ ਪੰਨੂ ਕਿ 2.5 ਲੱਖ ਦਊਂਗਾ ਮੈਂ, $10,000 ਦਊਂ। ਕੀ ਭੇਜਤਾ ਇਹ ਕਹੋ ਨਾਮ। ਜਿਹੜੇ ਇੰਨਾ ਪਹਿਲੇ ਜਦੋਂ ਆਪਣੇ ਖਾੜਕੂਵਾਦ ਵੇਲੇ ਜੇ ਪਹਿਲਾਂ ਉਦੋਂ ਮੂਵਮੈਂਟ ਵਾਲੇ 80-90 ਦੀ, ਤੇ ਜਿਹੜੇ ਕੱਲੀਆਂ ਮਾਵਾਂ ਨੇ, ਬਾਲਿਆਂ ਵਾਲੀਆਂ ਛੱਤਾਂ ਨੇ, ਉਹਨਾਂ ਨੂੰ ਕਦੇ ਪੈਸੇ ਭੇਜੇ ਇਹਨਾਂ ਨੇ? ਉਹਨਾਂ ਨੂੰ ਕਦੇ ਪੈਸੇ ਭੇਜੇ ਆ? ਇੱਥੇ ਮਾਵਾਂ ਦੇ ਅਥਰੂ ਸੁੱਕ ਗਏ ਹੈਂ। ਸਾਰੀ ਜ਼ਿੰਦਗੀ ਰੋ ਕੇ ਬਾਅਦ ਟੁੱਟੇ, ਮਤਲਬ ਕਿ ਕੋਠੇ ਪਲਸਤਰ ਵੀ ਨਹੀਂ ਹੋਏ, ਕੱਢਤੇ। ਉਹਨਾਂ ਦੀ ਕਿਸੇ ਨੇ ਬਾਸ ਲਈ ਆ ਅਜੇ ਤੱਕ? ਇੱਥੇ ਹੁਣ ਪੁੱਤ ਮਰਾਉਣ ਲੱਗੇ ਹੋ ਤੁਸੀਂ, ਜਿਹੜੇ ਪੰਜਾਬ ਤੋਂ ਬਾਹਰ ਬੈਠੇ ਆ। ਸਿੱਖ ਹੋ ਮਰਾਉਣੇ ਆ, ਬਿੱਲ ਰੱਦ ਕਰਾਉਣੇ ਆ, ਕਿ ਕਿਸਾਨੀ ਜ਼ਮੀਨ ਬਚਾਉਣੀ ਆ? ਕਿ ਸਾਡੀ ਸਿੱਖੀ ਨੂੰ ਕੋਈ ਖਤਰਾ ਹੈ? ਜਿੱਦਣ ਬਿੱਲ ਰੱਦ ਹੋਣਗੇ, ਦੁਨੀਆ 'ਚ ਝੂਲਦੀ ਹੈ ਸਿੱਖੀ। ਦੁਨੀਆ 'ਚ ਸਿੱਖ ਕੌਮ ਦੀ ਇੱਜ਼ਤ ਹੈ, ਜੋ ਅਸੀਂ ਚੰਗੇ ਕੰਮ ਕਰਦੇ ਹਾਂ, ਚਾਹੇ ਲੰਗਰਾਂ ਦੀ, ਚਾਹੇ ਸੇਵਾ ਦੀ। ਤੇ ਅੱਜ ਇਹ ਬਦਨਾਮ ਕਰਨ ਨੂੰ ਲੱਗੇ ਨੇ। ਇਹ ਸਰਕਾਰ ਦੇ ਨਾਲ ਮਿਲ ਕੇ ਖੇਡਦੇ ਆ। ਇਹਨਾਂ ਨੂੰ ਕੋਈ ਸਿੱਖੀ ਦਾ ਦਰਦ ਨਹੀਂ ਆ ਭਰਾਓ। ਇਹ ਮਾਰਨਾ ਚਾਹੁੰਦੇ ਆ ਸਾਨੂੰ, ਤੇ ਤੁਸੀਂ ਮਰ ਰਹੇ ਹੋ ਇਹਨਾਂ ਦੀਆਂ ਭਾਵਨਾ 'ਚ ਆ ਕੇ। ਇਹ ਤੁਹਾਨੂੰ ਭਾਵਨਾ 'ਚ ਲੈ ਕੇ ਮਾਰ ਰਹੇ ਆ। ਕਿਉਂ ਨਹੀਂ ਆਪਣੇ ਯਾਰ ਦਿਮਾਗ ਵਰਦੇ? ਹੁਣ ਨਾ ਗਰਮ ਕਮੈਂਟ ਪਾਓ, ਨਾ ਗਰਮ ਪੋਸਟਾਂ ਪਾਓ। ਨਹੀਂ ਪੁੱਤ ਮਰਾਣੇ। ਮੇਰੀ ਬੇਨਤੀ ਹੈ, ਆਪਾਂ ਬਿੱਲ ਰੱਦ ਕਰਾਉਣੇ ਨੇ। ਆਪਾਂ ਲੜਾਈ ਆਪਣੀ ਕਿਸਾਨੀ ਦੀ ਆ। ਆਪਾਂ ਸਾਰੇ ਕਿਸਾਨੀ ਦੀ ਲੜਾਈ ਲੜ ਰਹੇ ਹਾਂ। ਕਿਸਾਨੀ ਦੀ ਆਪਾਂ ਲੜਨਾ, ਆਪਾਂ ਜਿੱਤਣੀ ਹੈ ਜੰਗ। ਤੇ ਆਪਾਂ ਗੁਰੂ ਸਾਹਿਬ ਨੇ ਤਾਂ ਆਪਣੀ ਇੰਨੀ ਇੱਜ਼ਤ ਬਣਾ ਦੇਣੀ ਹੈ ਦੁਨੀਆ 'ਚ ਕਿ ਦੁਨੀਆ ਯਾਦ ਕਰੂਗੀ ਕਿ ਸਿੱਖ ਕੌਮ ਨੇ ਅਗਵਾਈ ਕੀਤੀ, ਕਿਸਾਨ 'ਚੋਂ ਸਿੱਖਾਂ ਨੇ ਅਗਵਾਈ ਕੀਤੀ। ਤੇ ਸਾਰੇ ਦੇਸ਼ ਨੂੰ ਨਾਲ ਲੈ ਕੇ ਉਹਨਾਂ ਨੇ, ਹਿੰਦੂ ਨੂੰ, ਮੁਸਲਮਾਨ ਨੂੰ, ਸਿੱਖ ਨੂੰ, ਈਸਾਈ ਨੂੰ ਨਾਲ ਲੈ ਕੇ ਸਿੱਖਾਂ ਨੇ ਬਿੱਲ ਰੱਦ ਕਰਵਾਏ ਤੇ ਜੰਗ ਜਿੱਤੀ। ਆਪਣੀ ਤਾਂ ਇਹ ਇੰਨੀ ਸੋਭਾ ਹੋਣੀ, ਆਪਣਾ ਤਾਂ ਦੁਨੀਆ ਆਪਾਂ ਨੂੰ ਸਲੂਟ ਕਰੂਗੀ। ਆਪਾਂ ਤਾਂ ਨਾ ਦੁਨੀਆ ਤੇ ਰਾਜ ਕਰਨਾ ਹੈ। ਕਿ ਆਪਾਂ ਯਾਰ ਇੱਥੋਂ ਤੱਕ ਰਹਿ ਜਾਣਾ। ਆਪਾਂ ਮੰਡਿਆਂ ਨੂੰ ਪੜ੍ਹਾ ਕੇ ਆਪਾਂ ਕਿੱਥੋਂ ਆਪਣੀਆਂ ਜ਼ਮੀਨਾਂ ਬਚਾਉਣੀਆਂ। ਨਾ ਗਰਮ ਪੋਸਟਾਂ ਪਾਓ, ਨਾ ਇਸ ਬੰਦੇ ਨੂੰ, ਨਾ ਇਸ ਬਹਿਰੂਪੀਏ ਨੂੰ ਚਾੜੋ ਸਿਰ ਤੇ, ਨਾ ਚਾੜੋ। ਅਸੀਂ ਗਲਤ ਨਹੀਂ ਆ। ਨਾ ਗਰਮ ਪੋਸਟਾਂ ਪਾਓ। ਆਪਣੇ ਬਜ਼ੁਰਗ ਨੇ ਯਾਰ, ਆਪਣੇ ਨਾਲ ਨੇ। ਕੁਝ ਗਲਤ ਹੋਊਗਾ ਤੁਹਾਡੇ ਤੋਂ ਪਹਿਲਾਂ ਸਭ ਬੋਲਾਂਗੇ। ਅਸੀਂ ਨਹੀਂ ਸੀ ਬੋਲ ਰਹੇ, ਅਸੀਂ ਯਾਰ ਕਿਸੇ ਨੇ ਯਾਰ ਖਿੰਡ ਖੇਡਣਾ ਹੋਵੇ। ਪਰ ਹੁਣ ਵੇਲਾ ਨਹੀਂ ਚੁੱਪ ਰਹਿਣ ਦਾ। ਹੁਣ ਵੇਲਾ ਨਹੀਂ ਚੁੱਪ ਰਹਿਣ ਦਾ ਭਰਾਵੋ। ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਕਿਵੇਂ ਮਾਰ ਰਿਹਾ। ਤੁਹਾਨੂੰ ਜਿਵੇਂ ਬਾਦਲ ਤੁਹਾਡੇ ਨਾਲ ਮਿੱਠਾ ਹੋ ਕੇ ਤੁਹਾਨੂੰ ਲੁੱਟਿਆ, ਤੇ ਹੁਣ ਪਤਾ ਲੱਗਿਆ ਨਾ ਕਿ ਉਹ ਗਲਤ ਬੰਦਾ ਸੀ। ਬੀਜੇਪੀ ਨੂੰ ਪੰਜਾਬ 'ਚ RSS ਦੀ ਐਂਟਰੀ ਕਰਾਉਣ ਵਾਲਾ ਉਹ ਹੈ ਨਾ। ਤੇ ਇਹ ਬੰਦਾ ਹੁਣ ਇਹਨੂੰ ਵਧਾਉਣ ਵਾਲਾ, ਇਹਨੂੰ ਵਧਾਉਣ ਫੈਲਾਉਣ ਵਾਲਾ ਇਹ ਬੰਦਾ ਹੈ। ਇਹਦੇ ਤੋਂ ਬਚ ਜਾਓਗੇ ਹੁਣੇ ਚੰਗਾ। ਨਹੀਂ ਤਾਂ ਇੱਥੇ ਤੁਹਾਨੂੰ ਸਰਕਾਰ ਵੀ ਇਹਦੀ ਆਈ ਲਓ, ਜਿਹਦੇ ਮਗਰ ਲੱਗੇ ਰਹੋਗੇ। ਮੈਂ ਪੱਗ ਰੱਖਦਾ, ਪਰਨਾ ਰੱਖਦਾ ਤੁਹਾਡੇ ਸਿਰ 'ਚ, ਤੁਹਾਡੇ ਪੈਰਾਂ 'ਚ, ਬਾਹਰਲਿਆਂ ਭਰਾਵਾਂ ਦੇ ਰੱਖਦਾ। ਇਹਦੇ ਮਗਰ ਨਾ ਲੱਗੋ। ਆ ਮੇਰੀ ਲਾਜ, ਇਹਦੀ ਲਾਜ ਰੱਖ ਲਓ। ਆ ਇੱਜ਼ਤ ਦੀ ਲਾਜ ਰੱਖ ਲਓ। ਕੀ ਤੁਹਾਨੂੰ ਕੀ ਪੱਟੀਏ? ਤੁਹਾਨੂੰ ਕੀ ਪੱਟੀਏ? ਕਿਹੜੀਆਂ ਭਾਵਨਾ 'ਚ ਵਏ ਹੋ ਤੁਸੀਂ? ਅਸੀਂ ਪਾਗਲਾਂ ਜਿਹੜੇ ਧਰਤੀ 'ਤੇ 4 ਮਹੀਨਿਆਂ ਤੋਂ ਪਿੱਟੀ ਜਾਂਦੇ ਹਾਂ, ਫਿਰੀ ਜਾਂਦੇ ਹਾਂ। ਅਸੀਂ ਵਿਕਾਊ ਹਾਂ। ਇੱਕ ਬੰਦਾ ਸਹੀ ਹੈ, ਸਾਰੀ ਦੁਨੀਆ ਵਿਕਾਊ ਹੈ। 40 ਬੰਦੇ ਵਿਕਾਊ ਨੇ, ਆ ਸਾਰੇ ਕਲਾਕਾਰ ਵਿਕਾਊ ਨੇ। ਇੱਕ ਬੰਦਾ ਸਹੀ ਹੈ। ਜੇ ਅਸੀਂ ਬੋਲਦੇ ਹਾਂ ਤੁਸੀਂ ਕਹਿੰਦੇ ਹੋ ਯਾਰ ਪਬਲਿਸਿਟੀ ਲਈ ਕਰਦੇ ਹੋ। ਜੇ ਸੱਚ ਬੋਲਦੇ ਹਾਂ ਇਹ ਤਾਂ ਤੁਸੀਂ ਉਹਦੀ ਬਦਨਾਮੀ ਕਰਦੇ ਹੋ ਆਪਦੀ ਪਬਲਿਸਿਟੀ ਲਈ। ਕੀ ਪਬਲਿਸਿਟੀ ਯਾਰ? ਸਾਡੀਆਂ ਜ਼ਮੀਨਾਂ ਨਹੀਂ ਰਹਿਣਗੀਆਂ, ਸਾਡੀ ਹੋਂਦ ਹੀ ਨਹੀਂ ਰਹੂਗੀ। ਜੇ ਸਾਡੀ ਜ਼ਮੀਨ ਹੈ ਤਾਂ ਸਾਡੀ ਹੋਂਦ ਆ। ਕੀ ਅਸੀਂ ਕੀ ਚੱਟਣਾ ਪਬਲਿਸਿਟੀਆਂ ਨੂੰ ਯਾਰ? ਭਰਾਓ ਨਰਮ, ਸਿਰਫ ਬਿੱਲ ਰੱਦ ਦੀ ਗੱਲ ਕਰੋ, ਪਿਆਰ ਦੀ ਗੱਲ ਕਰੋ। ਹਰਿਆਣੇ ਵਾਲੇ ਹੋਰ ਹਿੰਦੂ ਕਮਿਊਨਿਟੀ ਨੂੰ ਭਾਈ ਉਹਨਾਂ ਨੂੰ ਸਮਝਾਓ ਕਿ ਨਹੀਂ, ਇਹ ਸਰਕਾਰ ਨੇ ਕੀਤਾ, ਅਸੀਂ ਨਹੀਂ ਕੁਛ ਕੀਤਾ। ਅਸੀਂ ਨਹੀਂ ਕੁਛ ਕੀਤਾ ਤੇ ਸੱਚੀ ਅਸੀਂ ਨਹੀਂ ਕੁਛ ਕੀਤਾ। ਨਹੀਂ ਤਾਂ ਆਪਣੇ ਜਿਹੜੇ ਪੰਜਾਬ ਤੋਂ ਬਾਹਰ ਧੀਆਂ ਪੁੱਤ ਇਹਨਾਂ ਨੇ ਮਰਾਣੇ ਨੇ। ਬੀਜੇਪੀ ਹਮੇਸ਼ਾ ਹੀ ਕਰਦੀ ਆਈ ਹੈ, ਦੰਗੇ ਕਰਦੀ ਆਈ ਹੈ। ਦੁਬਾਰਾ ਨਾ ਲਾਸ਼ਾਂ ਦੇ ਢੇਰ ਤੇ ਨਾ ਅੱਗ ਲਾਓ। ਬਰੂਦ ਤੇ ਬੈਠੇ ਆ ਜਿਹੜੇ, ਤੇ ਨਾ ਅੱਗ ਲਾਓ। ਨਾ ਭਾਵਕ ਹੋਵੋ, ਦਿਮਾਗ ਖੋਲੋ, ਭਾਵਨਾਵਾਂ 'ਚ ਨਾ ਵੋ। ਇਹ ਤੁਹਾਡੀਆਂ ਭਾਵਨਾਵਾਂ ਨਾਲ ਖੇਡ ਕੇ, ਤੁਹਾਡੇ ਵਰਗੀਆਂ ਗੱਲਾਂ ਕਰਕੇ ਤੁਹਾਨੂੰ ਮਾਰਦੇ ਨੇ। ਆ ਮੇਰੇ ਹੱਥ ਜੜਾ ਲਓ।
ਪੈਰ ਹੀ ਪੈਣਾ ਤੁਹਾਡੇ। ਜੇ ਮੇਰੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਫਾਂਸੀ ਦੇ ਦਿਓ, ਚੌਂਕ 'ਚ ਲਟਕਾ ਦਿਓ, ਚੌਂਕ 'ਚ ਲਟਕਾ ਦਿਓ, ਸਾਨੂੰ ਸਾਰਿਆਂ ਨੂੰ ਲਟਕਾ ਦਿਓ, ਮਾਰ ਦਿਓ ਸਾਰੀਆਂ ਜਥੇਬੰਦੀਆਂ ਦੇ ਆਗੂ ਨੂੰ, ਮਾਰ ਦਿਓ ਸਾਨੂੰ ਕਲਾਕਾਰਾਂ ਨੂੰ, 3-4 ਨੂੰ ਜਿਹੜੇ ਨਾਲ ਲੱਗੇ ਆ, ਮਾਰ ਦਿਓ ਸਾਨੂੰ। ਫਿਰ ਨਾ ਕਰੋ ਯਾਰ, ਆਪਾਂ ਬਿੱਲ ਰੱਦ, ਆਪਾਂ ਜ਼ਮੀਨਾਂ ਕਿਸਾਨੀ ਬਚਾਉਣੀ ਹੈ ਯਾਰ, ਆਪਾਂ ਸਾਰੇ ਭਾਈਚਾਰੇ ਦੇ ਨਾਲ ਰਹਿ ਕੇ ਦੁਨੀਆ 'ਚ ਸਿੱਖਾਂ ਦੀ ਇੱਜ਼ਤ ਬਣਾਉਣੀ ਹੈ, ਰੋਲਣਾ ਨਹੀਂ ਸਿੱਖੀ ਨੂੰ, ਮੁੰਡੇ ਨਹੀਂ ਮਰਵਾਉਣੇ ਆਪਾਂ ਯਾਰ, ਨਾ ਲੱਗੋ ਬਹਿਰੂਪੀਆਂ ਮਗਰ।